ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਗੱਲਾਂ ਚੋਂ ਗੱਲ। ਮੈਂ ਤੁਹਾਡੇ ਨਾਲ ਜੁੜ ਰਿਹਾ ਧਰਮਚੰਦਰ ਤੇ ਸਾਡੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਚਰਚਾ ਕਰਿਆ ਕਰਾਂਗੇ ਅਜਿਹੇ ਮੁੱਦਿਆਂ ਦੀ, ਉਹ ਮੁੱਦੇ ਜੋ ਅਹਿਮ ਤਾਂ ਹੁੰਦੇ ਨੇ ਪਰ ਅਕਸਰ ਭਖਦੇ ਮੁੱਦਿਆਂ ਦੀ ਭੇਟ ਚੜ੍ਹ ਜਾਂਦੇ ਨੇ। ਇਹ ਸੱਚ ਹੈ ਕਿ ਕੁਝ ਸਥਾਈ ਮੁੱਦੇ ਜੇ ਸਮੇਂ ਸਿਰ ਨਾ ਵਿਚਾਰੇ ਜਾਣ ਤਾਂ ਇਹ ਮੁੱਦੇ ਸਮਾਜ ਵਿੱਚ ਕਈ ਲਾ ਇਲਾਜ ਮੁੱਦਿਆਂ ਦੇ ਪੈਦਾ ਹੋਣ ਦਾ ਕਾਰਨ ਬਣਦੇ ਨੇ। ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਚਰਚਾ ਕਰਾਂਗੇ ਇੱਕ ਅਜਿਹੇ ਹੀ ਮੁੱਦੇ ਦੀ, ਮਾਤ ਭਾਸ਼ਾ ਨਾਲ ਜੁੜਿਆ ਹੋਇਆ ਮੁੱਦਾ ਪੰਜਾਬੀ ਦੀ ਦਸ਼ਾ ਅਤੇ ਦਿਸ਼ਾ ਤੇ ਅਸੀਂ ਗੱਲਬਾਤ ਕਰਾਂਗੇ। ਇਸ ਮੁੱਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਵਜੋਂ ਜੁੜ ਰਹੇ ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਦੇ ਮੁਖੀ ਡਾਕਟਰ ਭੀਮਿੰਦਰ ਸਿੰਘ, ਜੋ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਵੀ ਨੇ ਤੇ ਇਸ ਵੇਲੇ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਮੀਤ ਪ੍ਰਧਾਨ ਨੇ, ਤੇ ਭਾਰਤੀ ਭਾਸ਼ਾ ਅੰਦੋਲਨ ਦੇ ਸਹਿ ਸੰਯੋਜਕ ਅਜੇ ਸ਼ਰਮਾ, ਜੋ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ, ਇਹ ਵੀ ਇਸ ਮੁੱਦੇ ਤੇ ਸਾਡੇ ਨਾਲ ਜੁੜ ਰਹੇ ਨੇ। ਤਾਂ ਮੁੱਦੇ ਤੇ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਵੇਖਦੇ ਹਾਂ ਇੱਕ ਰਿਪੋਰਟ ਜਿਸ ਨੂੰ ਵੇਖ ਕੇ ਕਈ ਚੀਜ਼ਾਂ ਪਹਿਲਾਂ ਤੋਂ ਹੀ ਸਪਸ਼ਟ ਹੋ ਜਾਣਗੀਆਂ। ਸਤਿਕਾਰ ਸਾਰੀਆਂ ਭਾਸ਼ਾਵਾਂ ਦਾ ਬਰਾਬਰ ਹੈ, ਪਰ ਇਹ ਕਹਾਵਤ ਵੀ ਕੌੜਾ ਸੱਚ ਹੈ ਕਿ ਮਾਂ ਬੋਲੀ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ। ਮੁੱਢ ਤੋਂ ਸਾਡੀ ਮਾਂ ਬੋਲੀ ਪੰਜਾਬੀ ਦਿੱਲੀ ਦਰਬਾਰ ਦੇ ਧੱਕਿਆਂ ਦਾ ਸ਼ਿਕਾਰ ਤਾਂ ਹੋਈ ਹੈ, ਪਰ ਵੱਡਾ ਦੁਖਾਂਤ ਇਹ ਵੀ ਰਿਹਾ ਕਿ ਆਪਣਿਆਂ ਨੇ ਵੀ ਸਮੇਂ-ਸਮੇਂ ਤੇ ਇਸ ਨੂੰ ਦੁਤਕਾਰਿਆ। ਭਾਸ਼ਾ ਦੇ ਨਾਮ ਤੇ ਇੱਕ ਲੰਗੜਾ ਪੰਜਾਬੀ ਸੂਬਾ ਸਾਨੂੰ ਮਿਲਿਆ, ਪਰ ਇਸ ਦੇ ਰਹਿਨੁਮਾ ਵੀ ਉਮੀਦਾਂ ਨਾਲ ਦਗਾ ਕਰਦੇ ਰਹੇ ਨੇ। ਅੱਜ ਤੱਕ ਜਦੋਂ ਹੋਰ ਖੇਤਰੀ ਭਾਸ਼ਾਵਾਂ ਮਲਿਆਲਮ, ਤਾਮਿਲ ਵਗੈਰਾ ਅੰਤਰਰਾਸ਼ਟਰੀ ਪੱਧਰ ਤੇ ਲੋਹਾ ਮਨਵਾ ਰਹੀਆਂ ਨੇ, ਤਾਂ ਉਸ ਵੇਲੇ ਸਾਡੀ ਮਾਤ ਭਾਸ਼ਾ ਪੰਜਾਬੀ ਆਪਣੀ ਹੀ ਸਰਜ਼ਮੀਨ ਤੇ ਓਪਰੀਆਂ ਭਾਸ਼ਾਵਾਂ ਦੀ ਕਿਤੇ ਨਾ ਕਿਤੇ ਮੁਹਤਾਜ ਹੁੰਦੀ ਜਾ ਰਹੀ ਹੈ। ਸੱਚ ਜਾਣਿਓ, ਅੱਜ ਤੱਕ ਸਰਕਾਰਾਂ ਦੀ ਇਹ ਨਲਾਇਕੀ ਹੀ ਰਹੀ ਹੈ ਕਿ ਉਹ ਪੰਜਾਬ 'ਚ ਵੀ ਪੰਜਾਬੀ ਨੂੰ ਉਸ ਦੀ ਬਣਦੀ ਥਾਂ ਨਹੀਂ ਦਵਾ ਸਕੀਆਂ। ਸਾਡੀਆਂ ਅਦਾਲਤਾਂ ਵਿੱਚ ਇਨਸਾਫ ਅੱਜ ਤੱਕ ਅੰਗਰੇਜ਼ੀ ਦਾ ਮੁਹਤਾਜ ਹੈ। ਬਹੁਤੀਆਂ ਸੰਸਥਾਵਾਂ ਵਿੱਚ ਪੰਜਾਬੀ ਨੂੰ ਹਿੰਦੀ ਅੰਗਰੇਜ਼ੀ ਤੋਂ ਹੇਠਲੇ ਦਰਜੇ ਤੇ ਰੱਖਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਸਿੱਖਿਆ ਦੇ ਆਧਾਰ ਦਾ ਵੀ ਪੱਠਾ ਬੈਠ ਚੁੱਕਾ ਹੈ। ਸੂਬੇ ਵਿੱਚ ਕਨਵੈਂਟ ਸਕੂਲ ਕੱਚ ਘਰੜ ਪੰਜਾਬੀ ਪਨੀਰੀ ਪੈਦਾ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਨੇ। ਇਹ ਨਵੀਂ ਪਨੀਰੀ ਕਾਲਜ ਪੱਧਰ ਦੀ ਸਿੱਖਿਆ ਤੱਕ ਪਹੁੰਚਦਿਆਂ ਉਮੀਦ ਨਹੀਂ ਕਿ ਪੰਜਾਬੀ ਸਾਹਿਤ ਵਰਗਾ ਵਿਸ਼ਾ ਵੀ ਪੜ੍ਹਨਗੀਆਂ। ਪੰਜਾਬੀ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੇ ਨਾਮ ਤੇ ਸਰਕਾਰਾਂ ਨੇ ਮਾਤ ਭਾਸ਼ਾ ਲਈ ਕਾਨੂੰਨ ਬਣਾਉਣ ਤੇ ਸੋਧ ਕਰਨ ਦੀ ਚੋਚਲੇਬਾਜ਼ੀ ਕਈ ਵਾਰ ਕੀਤੀ ਹੈ। 1967 ਦੇ ਭਾਸ਼ਾ ਐਕਟ ਵਿੱਚ ਪਹਿਲਾਂ ਤੇ ਫਿਰ 2008 ਵਿੱਚ ਸੋਧ ਕੀਤੀ ਗਈ, 2021 ਦੇ ਵਿੱਚ ਫਿਰ ਸੋਧ ਕੀਤੀ ਗਈ, ਪਰ ਜ਼ਮੀਨੀ ਪੱਧਰ ਤੇ ਬਦਲਿਆ ਕੁਝ ਨਹੀਂ। ਹੁਣ ਭਗਵੰਤ ਮਾਨ ਸਰਕਾਰ ਨੇ ਵੀ ਇੱਕ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਤਹਿਤ 21 ਫਰਵਰੀ 2023 ਤੱਕ ਸੂਬੇ ਭਰ ਵਿੱਚ ਨਿੱਜੀ ਤੇ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ। ਪਰ ਸਰਕਾਰੀ ਚਾਰਾਜੋਈ ਵੀ ਨਾਕਾਫੀ ਸਾਬਤ ਹੋਈ ਹੈ, ਚਾਹੇ ਉਹ ਤਾਜ਼ਾ ਹੋਵੇ ਜਾਂ ਪਿਛਲੇ ਸਮੇਂ ਦੇ ਵਿੱਚ ਹੋਵੇ। ਇਸ ਤਹਿਤ ਫਰਵਰੀ 21 ਤੱਕ ਸੂਬੇ ਭਰ ਦੇ ਸਾਰੀ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਹਰ ਹਾਲਤ ਵਿੱਚ ਬੋਰਡ ਪੰਜਾਬੀ ਵਿੱਚ ਲਿਖਵਾਉਣ ਦੇ ਹੁਕਮ ਦਿੱਤੇ ਗਏ ਸਨ। ਸਬੰਧਤ ਵਿਭਾਗਾਂ ਦੇ ਪੱਬਾਂ ਭਾਰ ਹੋਣ ਦੇ ਬਾਵਜੂਦ ਸਥਿਤੀ ਇਹ ਹੈ ਕਿ ਸਰਕਾਰ ਦੇ ਇਹ ਹੁਕਮ ਬੇਅਸਰ ਸਾਬਤ ਹੋਏ ਨੇ। ਜ਼ਿਆਦਾਤਰ ਸੰਸਥਾਵਾਂ ਤੇ ਇਹਨਾਂ ਹੁਕਮਾਂ ਦਾ ਜਿਹੜਾ ਨਿਸ਼ਚਿਤ ਮਿਤੀ ਲੰਘ ਜਾਣ ਤੋਂ ਬਾਅਦ ਵੀ ਕੋਈ ਅਸਰ ਨਹੀਂ ਹੋਇਆ। ਅੱਜ ਵੀ ਬਹੁਤਿਆਂ ਅਦਾਰਿਆਂ ਦੇ ਬੋਰਡ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਉਸੇ ਤਰ੍ਹਾਂ ਲਟਕਦੇ ਦਿਖ ਰਹੇ ਨੇ। ਆਖਿਰ ਲੋੜ ਇੱਥੋਂ ਤੱਕ ਮਹਿਸੂਸ ਹੋਈ ਸਰਕਾਰ ਨੂੰ ਕਿ ਮੁੱਖ ਮੰਤਰੀ ਨੂੰ ਇੱਥੋਂ ਤੱਕ ਬਿਆਨ ਦੇਣਾ ਪਿਆ ਕਿ ਜੋ ਦੁਕਾਨਦਾਰ ਬੋਰਡ ਪੰਜਾਬੀ ਵਿੱਚ ਲਿਖਵਾਉਣ ਤੇ ਖਰਚ ਨਹੀਂ ਉਠਾ ਸਕਦੇ, ਉਹਨਾਂ ਦਾ ਖਰਚ ਸਰਕਾਰ ਉਠਾਏਗੀ। ਦਰਅਸਲ ਇਹ ਇੱਕ ਪ੍ਰੇਰਿਤ ਕਰਨ ਦਾ ਤਰੀਕਾ ਹੈ। ਕਿਹਾ ਇਹ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਜੇ ਅਜਿਹਾ ਕੋਈ ਕਾਨੂੰਨ ਹੀ ਨਹੀਂ ਹੈ ਕਿ ਕਿਸੇ ਨਿੱਜੀ ਅਦਾਰੇ ਨੂੰ ਪੰਜਾਬੀ ਲਈ ਮਜਬੂਰ ਕੀਤਾ ਜਾ ਸਕੇ। ਸੋ ਹੁਣ ਸਰਕਾਰ ਪਹਿਲਾਂ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਵਿਚਾਰ ਕਰ ਰਹੀ ਹੈ। ਸੋ ਮਾਤ ਭਾਸ਼ਾ ਲਾਗੂ ਕਰਨ ਲਈ ਇੱਕ ਵਾਰ ਫਿਰ ਸਰਕਾਰੀ ਯਤਨ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਨੇ। ਮਾਤ ਭਾਸ਼ਾ ਦੀ ਇਸ ਸਾਰੀ ਸਥਿਤੀ ਤੇ ਚਰਚਾ ਕਰਨ ਲਈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਮਹਿਮਾਨਾਂ ਦੇ ਨਾਲ ਚਰਚਾ ਸ਼ੁਰੂ ਕਰਦੇ ਹਾਂ। ਤੇ ਇਸ ਵੇਲੇ ਪੰਜਾਬੀ ਮਾਂ ਬੋਲੀ ਵੱਲ ਸਰਕਾਰ ਖਾਸ ਤਵੱਜੋ ਦਿੰਦੀ ਦਿਖ ਰਹੀ ਹੈ।
21 ਫਰਵਰੀ ਤੱਕ ਸੂਬੇ ਭਰ ਦੇ ਸਰਕਾਰੀ ਗੈਰ ਸਰਕਾਰੀ ਜਿਹੜਾ ਅਦਾਰਿਆਂ ਦੇ ਵਿੱਚ ਪੰਜਾਬੀ ਲਾਗੂ ਕਰਨ ਦੀ ਗੱਲ ਜਿਹੜੀ ਉਹ ਕੀਤੀ ਗਈ। ਸੋ ਡਾਕਟਰ ਭੀਮਿੰਦਰ ਜੀ ਨਾਲ ਗੱਲ ਸ਼ੁਰੂ ਕਰਦੇ ਹਾਂ ਪਹਿਲਾਂ ਕਿ ਆਖਿਰ ਇਸ ਅਧੂਰੇ ਯਤਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਧਰਮਚੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਤੁਸੀਂ ਇਸ ਅਣਗੌਲੇ ਮੁੱਦੇ ਨੂੰ, ਮੈਂ ਅਣਗੌਲੇ ਇਸ ਲਈ ਕਹਿ ਰਿਹਾ ਜਿਵੇਂ ਤੁਸੀਂ ਕਿਹਾ ਕਿ ਅੱਜ ਆਪਾਂ 75 ਸਾਲਾਂ ਦੀ ਆਜ਼ਾਦੀ ਨੂੰ ਮਨਾ ਰਹੇ ਹਾਂ ਔਰ ਪੰਜਾਬ ਨੂੰ ਆਜ਼ਾਦ ਹੋਇਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਵੰਡ ਨੂੰ ਹੋਇਆ 75 ਸਾਲ ਬੀਤ ਚੁੱਕੇ ਨੇ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਬਣੀਆਂ, ਜਿਵੇਂ ਤੁਸੀਂ ਵੀ ਕਿਹਾ ਉਹਦੇ ਵਿੱਚ ਅਕਾਲੀ ਦਲ BJP ਦੀਆਂ ਸਰਕਾਰਾਂ ਵੀ ਰਹੀਆਂ, ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ ਔਰ ਇਹਨਾਂ ਸਰਕਾਰਾਂ ਨੇ ਜਿਹੜੀਆਂ ਪਾਰਟੀਆਂ, ਖਾਸ ਤੌਰ ਤੇ ਮੈਂ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਨਾਂ ਦੇ ਉੱਤੇ ਪੰਜਾਬੀ ਸੂਬੇ ਦਾ ਇੱਕ ਬਹੁਤ ਵੱਡਾ ਅੰਦੋਲਨ ਲੜਿਆ। ਮੇਰੀ ਮੁਰਾਦ ਅਕਾਲੀ ਦਲ ਤੋਂ ਹੈ। ਉਹ ਵੀ ਪਿਛਲੀਆਂ ਜਿੰਨੀਆਂ ਵੀ ਉਹਨਾਂ ਦੀਆਂ ਸਰਕਾਰਾਂ ਰਹੀਆਂ ਨੇ, ਸਮਾਂ ਲਗਭਗ ਮੈਨੂੰ ਲੱਗਦਾ ਕਿ 25 ਸਾਲ ਉਹਨਾਂ ਦਾ ਰਿਹਾ ਔਰ 5 ਵਾਰ ਵੱਡੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਔਰ ਪੰਜਾਬੀ ਦੇ ਹੇਜ ਉਹ ਜਤਾਉਂਦੇ ਰਹੇ। ਪਰ ਹਕੀਕੀ ਤੌਰ ਤੇ ਜਦੋਂ ਅਸੀਂ ਹਕੀਕਤ ਦੇਖਦੇ ਹਾਂ ਪੰਜਾਬ ਦੇ ਸਕੂਲਾਂ ਦੀ, ਪੰਜਾਬ ਦੇ ਕਾਲਜਸ ਦੀ, ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਇੱਕੋ ਇੱਕ ਹਿੰਦੁਸਤਾਨ ਦੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਨਾਂ ਦੇ ਉੱਤੇ ਬਣੀ ਹੈ ਔਰ ਉਹਦੇ ਵਿੱਚ ਵੀ ਜੋ ਉਹਨੂੰ ਬਣਦਾ ਸਥਾਨ ਜਿਹੜਾ ਹੈਗਾ, ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਉਹਨੂੰ ਨਹੀਂ ਮਿਲਿਆ। ਪਰ ਹੁਣ ਪਹਿਲੀ ਵਾਰੀ ਇਹ ਹੋਇਆ ਕਿ ਪੰਜਾਬ ਦਾ ਇੱਕ ਮੁੱਖ ਮੰਤਰੀ ਭਗਵੰਤ ਮਾਨ, ਜਿਹੜਾ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਅਕਤੂਬਰ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਸੀ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਸੀਗੇ ਔਰ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਜਦੋਂ ਇਹ ਐਲਾਨ ਹੋਇਆ, ਮੈਂ ਵੀ ਸ਼ਾਮਲ ਸੀਗਾ। ਮੇਰਾ ਉਸ ਵੇਲੇ ਮੁੱਖ ਭਾਸ਼ਣ ਸੀਗਾ। ਮੈਂ ਗੱਲ ਗੁਰੂ ਨਾਨਕ ਦੇਵ ਅੰਮ੍ਰਿਤਸਰ ਜਿਹੜੀ ਯੂਨੀਵਰਸਿਟੀ ਹੈ ਉੱਥੇ ਇੱਕ ਪ੍ਰੋਗਰਾਮ ਸੀਗਾ, ਉੱਥੇ ਇਹਨਾਂ ਨੇ ਐਲਾਨ ਕੀਤਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ 22 ਜਾਂ 21 ਫਰਵਰੀ ਤੱਕ, ਕਿਉਂਕਿ ਇਹ ਜਿਹੜਾ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ, ਕਿ ਉਦੋਂ ਤੱਕ ਸਾਨੂੰ ਆਪਣੇ ਚਾਹੇ ਘਰਾਂ ਦੇ ਉੱਤੇ, ਚਾਹੇ ਦੁਕਾਨਾਂ ਦੇ ਉੱਤੇ, ਚਾਹੇ ਦਫ਼ਤਰਾਂ ਦੇ ਉੱਤੇ ਪੰਜਾਬੀ ਦੇ ਵਿੱਚ ਜਿਹੜੇ ਨੇ ਉਹ ਨਾਮ ਲਿਖਣੇ ਚਾਹੀਦੇ ਨੇ। ਸੋ ਇਹ ਐਲਾਨ ਹੋਇਆ ਔਰ ਉਸ ਤੋਂ ਬਾਅਦ ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਕੁਝ ਹੀ ਬਦਲ ਗਿਆ, ਪਰ ਇੱਕ ਪੰਜਾਬ ਦੇ ਲੋਕਾਂ ਦੇ ਵਿੱਚ ਆਪਣੀ ਮਾਤ ਭਾਸ਼ਾ ਪ੍ਰਤੀ ਜਿਹੜੀ ਸੰਵੇਦਨਸ਼ੀਲਤਾ ਸੀ, ਜਿਹੜੀ ਸੈਂਸਿਬਿਲਿਟੀ ਸੀ, ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਕਿ ਬਾਕੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ, ਸਿਰਫ ਐਲਾਨ ਕਰਦੀਆਂ ਨੇ। ਇੱਥੋਂ ਤੱਕ ਕਿ ਸਾਡੇ ਜਿਹੜੇ ਪਿਛਲੇ ਮੁੱਖ ਮੰਤਰੀ ਕੈਪਟਨ ਸਾਹਿਬ ਸੀਗੇ, ਉਹ ਤਾਂ ਆਪਣੀ ਓਥ ਵੀ, ਆਪਣੀ ਜਿਹੜੀ ਜਦੋਂ ਉਹ ਮੁੱਖ ਮੰਤਰੀ ਬਣਦੇ ਸੀਗੇ ਉਦੋਂ ਉਹ ਸਹੁੰ ਵੀ ਅੰਗਰੇਜ਼ੀ 'ਚ ਚੁੱਕਦੇ ਸੀਗੇ। ਸੋ ਅੰਗਰੇਜ਼ੀ ਦਾ ਬੋਲਬਾਲਾ ਰਿਹਾ ਔਰ ਇੱਥੋਂ ਤੱਕ ਕਿ ਸਾਡੇ ਸਕੂਲਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹੀ ਵਾਹਿਦ ਇੱਕ ਪੰਜਾਬ ਸੂਬਾ ਹੈ ਪੰਜਾਬ ਦਾ ਜਿੱਥੇ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਉੱਤੇ ਜੁਰਮਾਨਾ ਹੁੰਦਾ ਹੈ। ਤੁਸੀਂ ਇਹ ਦੇਖੋ, ਸਾਡਾ ਪੰਜਾਬ ਦੇ ਵਿੱਚ ਅਸੀਂ ਦੇਖਿਆ ਪਿਛਲੇ ਲੰਬੇ ਸਮੇਂ ਤੋਂ, ਔਰ ਜਿਵੇਂ ਤੁਸੀਂ ਅਦਾਲਤਾਂ ਦੀ ਗੱਲ ਕੀਤੀ ਹੈ, ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ, ਜਿਵੇਂ ਬਾਕੀ ਸੂਬਿਆਂ ਦਾ ਤੁਸੀਂ ਦੱਖਣ ਦੇ ਸੂਬਿਆਂ ਦਾ ਜ਼ਿਕਰ ਕੀਤਾ, ਤਮਿਲਨਾਡੂ ਹੈ, ਕੇਰਲਾ ਹੈ, ਇੱਥੋਂ ਤੱਕ ਕਿ ਬੰਗਾਲ ਹੈ, ਜਿਹੜੇ ਲੋਕ ਆਪਣੀ ਮਾਤ ਭਾਸ਼ਾ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ, ਉਹਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਨੇ, ਅੱਜ ਸਾਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਹੈ। ਇਹ ਕਿਉਂ ਸਾਡੇ ਤੋਂ ਅੱਗੇ ਨੇ? ਇਸ ਲਈ ਸਾਡੇ ਤੋਂ ਅੱਗੇ ਨੇ ਇਹ ਸੂਬੇ ਕਿਉਂਕਿ ਇਹ ਆਪਣੀ ਮਾਤ ਭਾਸ਼ਾ ਨਾਲ ਜੁੜੇ ਹੋਏ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਨੇ ਇੱਕ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਇੱਦਾਂ ਦਾ ਇਨੀਸ਼ੀਏਟਿਵ ਲਿਆ ਔਰ ਲੋਕਾਂ ਨੂੰ, ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਤੁਸੀਂ ਵੀ ਕਿਹਾ ਕਿ ਬਹੁਤ ਸਾਰੇ ਕਾਨੂੰਨ ਵੱਖ-ਵੱਖ ਸਮੇਂ ਦੇ ਉੱਤੇ ਬਣਦੇ ਰਹੇ ਨੇ, ਪਰ ਉਹਨਾਂ ਕਾਨੂੰਨਾਂ ਦੇ ਵਿੱਚ ਚੋਰ ਮੋਰੀਆਂ ਹੋਣ ਕਰਕੇ ਬਹੁਤ ਦਿੱਕਤ ਜਿਹੜੀ ਹੈਗੀ ਹੈ। ਦਿੱਕਤ ਕਿੱਥੇ ਆਉਂਦੀ ਹੈ ਸਾਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਕਿ ਇਹਨਾਂ ਦੇ ਵਿੱਚ ਇਹ ਨਹੀਂ ਕਿ ਕਾਨੂੰਨ ਨਹੀਂ ਬਣੇ ਹੋਏ ਕਿ ਤੁਸੀਂ ਮਾਤ ਭਾਸ਼ਾ ਦੇ ਵਿੱਚ ਗੱਲ ਕਰਨੀ ਹੈ, ਮਾਤ ਭਾਸ਼ਾ ਦੇ ਵਿੱਚ ਤੁਸੀਂ ਦਫ਼ਤਰਾਂ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਔਰ ਹੋਰ ਵੀ ਜਿਹੜੇ ਗੈਰ ਸਰਕਾਰੀ ਜਿੰਨੇ ਵੀ ਅਦਾਰੇ ਨੇ ਉਹਨਾਂ ਦੇ ਵਿੱਚ ਆਪਣੀ ਮਾਤ ਭਾਸ਼ਾ ਦੇ ਵਿੱਚ ਗੱਲਬਾਤ ਹੋਵੇ, ਚਿੱਠੀ ਪੱਤਰ ਹੋਵੇ। ਸੋ ਇਹ ਹੋਣਾ ਤਾਂ ਚਾਹੀਦਾ ਸੀਗਾ। ਇਹਦੇ ਬਾਰੇ ਕਾਨੂੰਨ ਵੀ ਬਣੇ ਔਰ ਲక్ష్మణ ਸਿੰਘ ਗਿੱਲ ਕਿਸੇ ਵੇਲੇ ਸਾਡੇ ਮੁੱਖ ਮੰਤਰੀ ਹੁੰਦੇ ਸੀਗੇ, ਉਹਨਾਂ ਨੇ 1 ਸਾਲ ਦੇ ਵਿੱਚ ਹੀ ਬਹੁਤ ਕੰਮ ਜਿਹੜਾ ਸੀਗਾ ਪੰਜਾਬੀ ਦੇ ਵਿੱਚ ਕਰਵਾਉਣਾ ਸ਼ੁਰੂ ਕੀਤਾ ਸੀਗਾ। ਅੱਜ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਮੈਂ ਕਹਿਣਾ ਚਾਹਣਾ ਕਿ ਭਗਵੰਤ ਮਾਨ ਹੋਰਾਂ ਨੇ ਜਿਹੜਾ ਇਨੀਸ਼ੀਏਟਿਵ ਲਿਆ ਔਰ ਉੱਥੋਂ ਇਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ
ਬਹੁਤ ਛੇਤੀ, ਜਿਵੇਂ ਤੁਸੀਂ ਇਸ਼ਾਰਾ ਕੀਤਾ ਹੈ, ਜੇਕਰ ਕਾਨੂੰਨ ਬਣਦਾ ਹੈ ਜਾਂ ਉਹ ਚੋਰ ਮੁਰੀਆਂ ਬੰਦ ਹੁੰਦੀਆਂ ਨੇ ਕਾਨੂੰਨ ਦੀਆਂ, ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਕੂਲਾਂ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਔਰ ਸਰਕਾਰੀ ਦਰਬਾਰੇ ਜਾਂ ਅਦਾਲਤਾਂ ਦੇ ਵਿੱਚ ਪੰਜਾਬੀ ਭਾਸ਼ਾ ਜ਼ਰੂਰ ਲਾਗੂ ਹੋਵੇਗੀ। ਭੀਮਿੰਦਰ ਜੀ, ਤੁਸੀਂ ਪੰਜਾਬੀ ਯੂਨੀਵਰਸਿਟੀ, ਜੋ ਮਤਲਬ ਕਹਿ ਲਈਏ ਪੰਜਾਬੀ ਦੀ ਇਸ ਵੇਲੇ ਸਭ ਤੋਂ ਵੱਡੀ ਸੰਸਥਾ ਹੈ ਜਿਹਨੂੰ ਆਪਾਂ ਕਹਿ ਲਈਏ ਕੰਮ ਕਰ ਰਹੀ ਹੈ ਪੰਜਾਬੀ ਵਾਸਤੇ, ਤੁਸੀਂ ਉਸ ਦੇ ਇੱਕ ਅਧਿਕਾਰੀ ਹੋ ਕਲਾਸ 1, ਤੇ ਦੂਜੇ ਪਾਸੇ ਤੁਸੀਂ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਵਜੋਂ ਵੀ ਸਾਡੇ ਨਾਲ ਸ਼ਾਮਲ ਹੋ। ਪਰ ਮੇਰਾ ਸਵਾਲ ਉਹੀ ਹੈ ਕਿ ਸਰਕਾਰ ਨੇ ਇੱਕ ਯਤਨ ਕੀਤਾ, ਜਿੱਦਾਂ ਤੁਸੀਂ ਕਿਹਾ ਕਿ ਇੱਕ ਸ਼ਲਾਘਾਯੋਗ ਯਤਨ ਕੀਤਾ, ਪਰ ਇਹ ਯਤਨ ਨਾਕਾਫੀ ਸਾਬਤ ਇਸ ਕਰਕੇ ਹੋਇਆ ਕਿ ਪਹਿਲਾਂ ਰਿਵਿਊ ਨਹੀਂ ਕੀਤਾ ਗਿਆ, ਪਹਿਲਾਂ ਦੇਖਿਆ ਨਹੀਂ ਗਿਆ ਕਿ ਇਸ ਤਰ੍ਹਾਂ ਦਾ ਵੀ ਕਾਨੂੰਨ ਹੈ ਕਿ ਨਹੀਂ ਹੈ ਕਿ ਅਸੀਂ ਹੁਕਮ ਕਰ ਸਕਦੇ ਹਾਂ ਕਿ ਸਾਰੇ ਬੋਰਡ ਜਿਹੜੇ ਨੇ ਗੈਰ ਸਰਕਾਰੀ ਅਦਾਰਿਆਂ ਦੇ ਵੀ ਪੰਜਾਬੀ ਵਿੱਚ ਲਿਖਵਾਏ ਜਾਣ। ਕੀ ਉਹ ਪਹਿਲਾਂ ਰਿਵਿਊ ਨਹੀਂ ਕਰਨਾ ਬਣਦਾ ਸੀ ਹੁਕਮ ਕਰਨ ਤੋਂ ਪਹਿਲਾਂ? ਹੁਣ ਉਹ ਜਿਹੜੇ ਹੁਕਮ ਨੇ ਉਹ ਸਿਰਫ ਇੱਕ ਐਲਾਨ ਬਣ ਕੇ ਰਹਿ ਗਏ। ਦੇਖੋ ਧਰਮਚੰਦਰ ਜੀ, ਮੈਂ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਕਹਿੰਦੇ ਕਿ ਹੁਕਮ, ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਐਸੀ ਸਰਕਾਰ ਹੈ ਜਿਹੜੀ ਹੁਕਮ ਨਾਲੋਂ ਬੇਨਤੀ ਦੇ ਉੱਤੇ ਜ਼ਿਆਦਾ ਮੁਨਸਰ ਕਰਦੀ ਹੈ। ਉਹਦਾ ਇਹੀ ਹੈ, ਲੋਕਾਂ ਨੂੰ ਬੇਨਤੀ ਮਾਨ ਸਾਹਿਬ ਨੇ ਕੀਤੀ ਸੀਗੀ, ਔਰ ਬੇਨਤੀ ਦਾ ਇਹ ਹੁੰਦਾ ਹੈ ਕਿ ਜੇਕਰ ਕਈ ਵਾਰੀ ਦਿੱਕਤਾਂ ਹੋ ਸਕਦੀਆਂ ਨੇ ਕਿਉਂਕਿ ਐਡੇ ਵੱਡੇ ਫੈਸਲੇ ਜਦੋਂ ਲੈਣੇ ਹੁੰਦੇ ਨੇ ਤਾਂ ਉਹਦੇ ਵਿੱਚ ਤੁਸੀਂ ਸਖਤੀ ਨਹੀਂ ਕਰ ਸਕਦੇ। ਭਾਸ਼ਾ ਦਾ ਮਸਲਾ ਐਸਾ ਹੈ ਕਿ ਜੇ ਆਪਾਂ ਕਹਾਂਗੇ ਕਿ ਇੱਕਦਮ ਹੀ ਸਖਤੀ ਕਰ ਦਾਂਗੇ ਔਰ ਉਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਨਿਰਾਸ਼ਾ ਵੀ ਫੈਲਦੀ ਹੈ। ਸੋ ਮਾਨ ਸਾਹਿਬ ਨੇ ਲੋਕਾਂ ਨੂੰ ਮੋਟੀਵੇਟ ਕੀਤਾ, ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਆਪਣੀ ਮਾਤ ਭਾਸ਼ਾ ਨਾਲ ਜੁੜੋ, ਔਰ ਮਾਤ ਭਾਸ਼ਾ ਨਾਲ ਜੁੜਨ ਦਾ ਨਤੀਜਾ ਇਹ ਹੋਏਗਾ ਕਿ ਲੋਕਾਂ ਦੇ ਵਿੱਚ ਇੱਕ ਚੇਤਨਾ ਆਏਗੀ, ਔਰ ਚੇਤਨਾ ਜਿਹੜੀ ਹੈਗੀ ਜਦੋਂ ਆਏਗੀ ਤਾਂ ਲਾਜ਼ਮੀ ਤੌਰ ਤੇ ਇਹਦੇ ਬਾਰੇ ਕਾਨੂੰਨ ਵੀ ਬਣ ਜਾਣਗੇ, ਔਰ ਸਰਕਾਰ ਹੌਲੀ ਹੌਲੀ ਕਾਨੂੰਨ ਬਣਾਏਗੀ, ਚੋਰ ਮੋਰੀਆਂ ਬੰਦ ਕਰੇਗੀ, ਔਰ ਲਾਜ਼ਮੀ ਤੌਰ ਤੇ ਜਿਹੜੀਆਂ ਖਾਮੀਆਂ ਰਹਿ ਗਈਆਂ ਨੇ ਉਹ ਦੂਰ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਜਿਹੜਾ ਕਾਨੂੰਨ ਦੀ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਜਿੰਨੀ ਦੇਰ ਕਾਨੂੰਨ ਨਹੀਂ ਹੈ ਉਨੀ ਦੇਰ ਤਾਂ ਆਪਾਂ ਨੇ ਦੇਖਿਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਚੱਲਦਾ ਹੈ, ਨਿੱਜੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਪਰੇ ਕਰ ਦਿੱਤਾ ਜਾਂਦਾ ਹੈ। ਉਹ ਸਾਰਾ ਕੁਝ ਕਾਨੂੰਨ ਦੀ ਅਣਹੋਂਦ ਕਰਕੇ ਹੀ ਹੁੰਦਾ ਹੈ। ਤੇ ਜਿਹੜਾ ਇਹ ਕਾਨੂੰਨ ਹੈ, ਹੁਣ ਜੋ ਸਾਡੀਆਂ ਰਿਪੋਰਟਾਂ ਨੇ ਉਹ ਇਹ ਹੈ ਕਿ ਸਰਕਾਰ ਦੇ ਅੰਦਰ ਖਾਤੇ ਹੁਣ ਇਸ ਤਰ੍ਹਾਂ ਦੀ ਇੱਕ ਗਤੀਵਿਧੀਆਂ ਚੱਲ ਰਹੀਆਂ ਨੇ ਕਿ ਇੱਕ ਕਾਨੂੰਨ ਬਣਾਇਆ ਜਾਵੇ ਬਾਕਾਇਦਾ, ਕਿ ਜਿਸ ਤਰ੍ਹਾਂ ਤਾਮਿਲਨਾਡੂ ਵਰਗੀਆਂ ਸਟੇਟਾਂ ਨੇ, ਕੇਰਲਾ ਵਰਗੀਆਂ ਸਟੇਟਾਂ ਨੇ, ਜਿੱਥੇ ਲੋਕਾਂ ਨੂੰ ਬਾਕਾਇਦਾ ਇਸ ਵਾਸਤੇ ਕਹਿਣਾ ਬਾਧਿਤ ਕੀਤਾ ਜਾਂਦਾ ਹੈ ਕਿ ਤੁਸੀਂ ਪੰਜਾਬੀ ਵਰਤਣੀ ਹੈ, ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਆ, ਤੁਹਾਡਾ ਬੋਰਡ ਲੱਗਿਆ ਸਿਰਫ ਅੰਗਰੇਜ਼ੀ ਦੇ ਵਿੱਚ, ਤਾਂ ਆਮ ਲੋਕਾਂ ਨੂੰ ਦਿੱਕਤ ਆਉਂਦੀ ਹੈ। ਪਰ ਅਜੇ ਤੱਕ ਸਿਸਟਮ ਤਾਂ ਇੱਥੋਂ ਤੱਕ ਨਿੱਘਰਿਆ ਪਿਆ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਜਿਹੜੀ ਹੈ ਉਹ ਪੰਜਾਬੀ ਲਾਗੂ ਨਹੀਂ ਹੈ। ਮੈਂ ਇਹੀ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਚੋਰ ਮੋਰੀਆਂ ਕਾਨੂੰਨ ਪਹਿਲਾਂ ਵੀ ਬਣਾਏ ਗਏ, 67 ਦੇ ਵਿੱਚ ਵੀ ਕਾਨੂੰਨ ਬਣਿਆ, 2008 'ਚ ਵੀ ਬਣਿਆ, ਫਿਰ ਹੋਰ ਵੀ ਉਹਨੂੰ ਰਿਵਿਊ ਵੀ ਹੋਏ ਕਾਨੂੰਨ ਬਕਾਇਦਾ ਤੌਰ ਤੇ। ਪਰ ਦਿੱਕਤ ਇਹ ਆਈ ਕਿ ਜਦੋਂ ਉਹਨਾਂ ਕਾਨੂੰਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਨਾ ਸੀਗਾ ਤਾਂ ਉੱਥੇ ਸਾਡੀ ਚਾਹੇ ਉਹਦੇ ਵਿੱਚ ਅਫਸਰਸ਼ਾਹੀ ਵੀ ਉਨੀ ਦੋਸ਼ੀ ਹੈ, ਕਿਉਂਕਿ ਅਫਸਰਸ਼ਾਹੀ ਦੀ ਹਮੇਸ਼ਾ ਇਹ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਇਸ ਮੁੱਦੇ ਨੂੰ ਟਾਲਿਆ ਜਾਏ, ਜਾਂ ਅੰਗਰੇਜ਼ੀ ਦਾ ਬੋਲਬਾਲਾ, ਕਿਉਂਕਿ ਉਹ ਅੰਗਰੇਜ਼ੀ ਪੜ੍ਹੇ ਹੋਏ ਲੋਕ ਜਿਹੜੇ ਨੇ ਉਹ ਹਮੇਸ਼ਾ ਹੀ ਉਹਨਾਂ ਨੂੰ ਹੁੰਦਾ ਕਿ ਸਾਡੀ ਮਾਤ ਭਾਸ਼ਾ ਜਿਹੜੀ ਹੈਗੀ ਅੰਗਰੇਜ਼ੀ ਹੈ, ਇਸ ਕਰਕੇ ਸਾਨੂੰ ਪੰਜਾਬੀ ਵਿੱਚ ਜਾਂ ਜਿਹੜੀਆਂ ਰੀਜਨਲ ਲੈਂਗੁਏਜਸ ਨੇ ਉਹਨਾਂ ਵਿੱਚ ਨਾ ਕੰਮ ਕਰਨਾ ਪਵੇ। ਸੋ ਉਹ ਸਹੂਲਤ ਦੇ ਕਰਕੇ ਬਹੁਤ ਸਾਰੀਆਂ ਚੋਰ ਮੋਰੀਆਂ ਰੱਖੀਆਂ ਗਈਆਂ। ਸੋ ਜੇਕਰ ਉਹ ਚੋਰ ਮੋਰੀਆਂ, ਮੈਂ ਜਿਹੜੀ ਗੱਲ ਬਾਰ-ਬਾਰ ਕਹਿਣਾ ਚਾਹੁੰਦਾ ਕਿ ਜੇਕਰ ਸਰਕਾਰ ਹੁਣ ਚਾਹੇ ਤਾਂ ਆਪਣਾ ਦ੍ਰਿੜ ਨਿਸ਼ਚੇ ਦੇ ਨਾਲ ਉਹ ਜਿਹੜੀਆਂ ਚੋਰ ਮੋਰੀਆਂ ਨੇ ਕਾਨੂੰਨ ਦੀਆਂ, ਜਿਹਦੇ ਕਰਕੇ ਦਫ਼ਤਰਾਂ ਦੇ ਵਿੱਚ ਤੁਸੀਂ ਦੱਸਿਆ ਜਾਂ ਸਰਕਾਰੀ ਜਿਹੜਾ ਕੰਮਕਾਜ ਹੈ ਉਹਦੇ ਵਿੱਚ ਜਿੰਨੀ ਵੀ ਬਾਕੀ ਭਾਸ਼ਾਵਾਂ ਜਾਂ ਖਾਸ ਤੌਰ ਤੇ ਅੰਗਰੇਜ਼ੀ ਭਾਸ਼ਾ ਜਿਹੜੀ ਲਾਗੂ ਕੀਤੀ ਗਈ ਹੈ ਜਾਂ ਉਹਦੇ ਨਾਲ ਕੰਮ ਚਲਾਇਆ ਜਾ ਰਿਹਾ ਹੈ ਤਾਂ ਉਹ ਬੰਦ ਹੋਏਗਾ। ਔਰ ਜੇਕਰ ਉਹ ਬੰਦ ਹੋਏਗਾ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੀ ਭਾਸ਼ਾ ਦੀ ਵੈਲਿਊ ਜਿਹੜੀ ਹੈਗੀ, ਆਪਣੇ ਜਿਵੇਂ ਤੁਸੀਂ ਕਿਹਾ ਕਿ ਮਾਤ ਭਾਸ਼ਾ ਜੇ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁਲ, ਇਸ ਵੇਲੇ ਪੰਜਾਬ ਦੇ ਵਿੱਚ ਸਾਡੀ ਭਾਸ਼ਾ ਕੱਖਾਂ ਵਾਂਗ ਰੁਲੀ ਹੋਈ ਹੈ। ਤੇ ਉਹਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰੀ ਸਿਸਟਮ ਦੀ ਹੋਣੀ ਚਾਹੀਦੀ ਹੈ। ਔਰ ਭੀਮਿੰਦਰ ਜੀ, ਸਰਕਾਰੀ ਸਿਸਟਮ ਦੇ ਵਿੱਚ ਜਿਹੜਾ ਰਾਜ ਭਾਸ਼ਾ ਐਕਟ ਦੇ ਵਿੱਚ ਸੋਧ ਕਰਕੇ ਬਾਕਾਇਦਾ ਇਹ ਵਿਵਸਥਾ ਕੀਤੀ ਜਾ ਚੁੱਕੀ ਹੈ। ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਕਾਨੂੰਨ ਦੀ ਕਮੀਆਂ ਨੇ, ਕਾਨੂੰਨ ਦੀਆਂ ਚੋਰ ਮੋਰੀਆਂ ਨੇ, ਉਹ ਤਾਂ ਕਾਨੂੰਨ ਦੀ ਚੋਰ ਮੋਰੀ ਨਹੀਂ ਹੈ, ਕਿਉਂਕਿ ਬਾਕਾਇਦਾ ਇੱਕ ਸੋਧ ਕਰਕੇ ਇਹ ਕਿਹਾ ਗਿਆ ਕਿ ਸੂਬੇ ਦਾ ਸਾਰਾ ਸਰਕਾਰੀ ਕੰਮ ਪੰਜਾਬੀ ਭਾਸ਼ਾ 'ਚ ਹੋਏਗਾ।
ਤੇ ਬਿਲਕੁਲ ਇਸ ਦੇ ਬਾਵਜੂਦ ਨਹੀਂ ਹੋ ਰਿਹਾ। ਇਹ ਤਾਂ ਕਿਤੇ ਨਾ ਕਿਤੇ ਉਹੀ ਗੱਲ ਹੋ ਗਈ ਜਿਹੜੀ ਕਿ ਅਫਸਰਸ਼ਾਹੀ ਜਿਹੜੀ ਹੈ ਉਹ ਬੇਲਗਾਮ ਹੈ ਅਜੇ ਵੀ। ਬਿਲਕੁਲ ਮੈਂ ਪਿਛਲੀਆਂ ਸਰਕਾਰਾਂ ਦੀ ਛੱਡੋ, ਪਿਛਲੀਆਂ ਸਰਕਾਰਾਂ ਬਿਲਕੁਲ। ਤੁਸੀਂ ਕਿਹਾ ਕਿ ਉਹਨਾਂ ਨੇ ਨਜ਼ਰਅੰਦਾਜ਼ਗੀ ਪੰਜਾਬੀ ਭਾਸ਼ਾ ਪ੍ਰਤੀ ਕੀਤੀ, ਬਿਲਕੁਲ ਉਹ ਦਿਖ ਰਹੀ ਹੈ ਕਿਤੇ ਨਾ ਕਿਤੇ। ਪਰ ਹੁਣ ਜਿਹੜੇ ਇਸ ਸਰਕਾਰ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਉਸ ਸਰਕਾਰ ਦੇ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਵਜੋਂ ਸਾਡੇ ਵਿੱਚ ਮੌਜੂਦ ਹੋ, ਤਾਂ ਇੱਕ ਇਲਜ਼ਾਮ ਇਸ ਤਰ੍ਹਾਂ ਦੇ ਪਹਿਲਾਂ ਤੋਂ ਹੀ ਸਰਕਾਰ ਤੇ ਲੱਗਦੇ ਨੇ ਕਿ ਅਫਸਰਸ਼ਾਹੀ ਕੰਟਰੋਲ ਦੇ ਵਿੱਚ ਨਹੀਂ ਹੈ। ਤਾਂ ਕਿਤੇ ਨਾ ਕਿਤੇ ਭਾਸ਼ਾ ਦੇ ਮਾਮਲੇ 'ਚ ਵੀ ਇਹੀ ਕੁਛ ਹੈ ਫਿਰ ਤਾਂ। ਬਿਲਕੁਲ ਦੇਖੋ, ਮੈਂ ਆਪ ਵੀ ਇਹ ਗੱਲ ਮੰਨ ਰਿਹਾ ਕਿ ਅਫਸਰਸ਼ਾਹੀ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਬਾਕੀ ਮੈਂ ਇਕੱਲੀ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਹਰਿਆਣਾ ਜਾਂ ਬਾਕੀ ਸਟੇਟਾਂ ਦੀ ਵੀ ਗੱਲ ਕਰ ਰਿਹਾ ਕਿ ਉਹਨਾਂ ਨੂੰ, ਕਿਉਂਕਿ ਜਿਸ ਭਾਸ਼ਾ ਦੇ ਵਿੱਚ ਉਹ ਪੜ੍ਹੇ ਹੁੰਦੇ ਨੇ, ਜਿਸ ਭਾਸ਼ਾ ਦੇ ਵਿੱਚ ਉਹਨਾਂ ਨੇ ਆਪਣੇ ਐਗਜ਼ਾਮ ਪਾਸ ਕੀਤੇ ਹੁੰਦੇ ਨੇ, ਉਹਨਾਂ ਨੂੰ ਉਹ ਭਾਸ਼ਾ ਵਰਤਣੀ ਸੌਖੀ ਲੱਗਦੀ ਹੈ। ਇਸ ਕਰਕੇ ਉਹ ਇਦਾਂ ਦੀਆਂ ਚੋਰ ਮੋਰੀਆਂ ਵੀ ਰੱਖਦੇ ਆ ਕਿ ਜੇਕਰ ਅਸੀਂ ਅੰਗਰੇਜ਼ੀ ਦੀ ਵਰਤੋਂ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਕੋਈ ਕਿਸੇ ਕਿਸਮ ਦੀ ਸਜ਼ਾ ਨਾ ਭੁਗਤਣੀ ਪਵੇ, ਕਿਸੇ ਕਿਸਮ ਦਾ ਕਾਨੂੰਨੀ ਅੜਚਨ ਜਿਹੜੀ ਹੈਗੀ ਆ ਉਹ ਨਾ ਹੋਵੇ। ਇਸ ਕਰਕੇ ਇਸ ਸਾਰੀ ਚੀਜ਼ ਤੋਂ ਬਚਣ ਦੇ ਲਈ ਜੇਕਰ ਸਾਡੇ ਮੁੱਖ ਮੰਤਰੀ, ਜਿਵੇਂ ਮੈਂ ਲక్ష్మణ ਸਿੰਘ ਗਿੱਲ ਦੀ ਐਗਜ਼ਾਮਪਲ ਦਿੱਤੀ ਸੀਗੀ, ਉਸ ਵੇਲੇ ਵੀ ਅਫਸਰਸ਼ਾਹੀ ਸੀਗੀ, ਤਾਂ ਉਹਨਾਂ ਨੇ 1 ਸਾਲ ਦਾ ਲਗਭਗ ਉਹਨਾਂ ਨੂੰ ਸਮਾਂ ਮਿਲਿਆ ਸੀਗਾ। 1 ਸਾਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਬਦਲ ਕੇ ਰੱਖ ਦਿੱਤਾ ਸੀਗਾ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਸਰਕਾਰ ਦਾ ਦ੍ਰਿੜ ਨਿਸ਼ਚਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਹਰ ਹਾਲਤ ਦੇ ਵਿੱਚ ਲਾਗੂ ਕਰਨੀ ਹੈ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ, ਤਾਂ ਕੋਈ ਕਾਰਨ ਨਹੀਂ ਕਿ ਅਫਸਰਸ਼ਾਹੀ ਜਿਹੜੀ ਹੈਗੀ ਆ ਹਾਵੀ ਹੋ ਸਕੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਥੋੜ੍ਹਾ ਜਿਹਾ ਸਮਾਂ ਜ਼ਰੂਰ ਲੱਗ ਸਕਦਾ ਹੈ, ਕਿਉਂਕਿ ਪਿਛਲੀਆਂ 75 ਸਾਲਾਂ ਦਾ ਜੋ ਇਤਿਹਾਸ ਸਾਨੂੰ ਦੱਸ ਰਿਹਾ ਹੈ ਕਿ ਉਹਨਾਂ ਦੇ ਵਿੱਚ ਕੋਈ ਕੰਮ ਕਿਸੇ ਕਿਸਮ ਦੀ ਗੰਭੀਰਤਾ ਸਾਨੂੰ ਨਜ਼ਰ ਨਹੀਂ ਆਈ। ਕਾਨੂੰਨ ਬੇਸ਼ੱਕ ਬਣ ਗਏ। ਸੋ ਜੇਕਰ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਇਸ ਪ੍ਰਤੀ ਚੇਤਨ ਹੋਏ ਨੇ, ਜਾਂ ਇੱਥੋਂ ਤੱਕ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਹੋਏਗਾ, ਸਾਡੇ ਸੰਧਵਾ ਸਾਹਿਬ ਜਿਹੜੇ ਨੇ, ਸਪੀਕਰ ਸਾਹਿਬ ਨੇ, ਉਹਨਾਂ ਨੇ ਬਕਾਇਦਾ ਤੌਰ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਦੇ ਹੱਲ ਕੱਢਣ ਦੀ ਵੀ ਕੋਸ਼ਿਸ਼ ਕੀਤੀ ਸੀ। ਸੋ ਇਹ ਦਰਸਾਉਂਦਾ ਕੀ ਹੈ? ਇਹ ਸਿੰਪਟਮ ਇਹ ਦਰਸਾਉਂਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਭਾਸ਼ਾ ਦੇ ਪ੍ਰਤੀ, ਪੰਜਾਬੀ ਭਾਸ਼ਾ ਦੇ ਪ੍ਰਤੀ ਗੰਭੀਰ ਹੈ ਔਰ ਇਹਨੂੰ ਸਿਰੇ ਤੱਕ ਜਿਹੜੀ ਹੈਗੀ ਜ਼ਰੂਰ ਲੈ ਕੇ ਜਾਏਗੀ ਔਰ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਜ਼ਰੂਰ ਲਾਗੂ ਹੋਏਗੀ। ਡਾਕਟਰ ਭੀਮਿੰਦਰ ਨੇ ਭਾਸ਼ਾ ਦੇ ਸੰਬੰਧ ਦੇ ਵਿੱਚ ਕਾਨੂੰਨੀ ਚੋਰ ਮੋਰੀਆਂ ਦੀ ਗੱਲ ਕੀਤੀ ਹੈ। ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਮੌਜੂਦ ਨੇ ਅਜੇ ਸ਼ਰਮਾ, ਤੇ ਇਹ ਨਾਲ ਹੀ ਖੇਤਰੀ ਭਾਸ਼ਾਵਾਂ ਅੰਦੋਲਨ ਨੂੰ ਵੀ ਦੇਖ ਰਹੇ ਨੇ, ਸਹਿ ਸੰਯੋਜਕ ਨੇ ਇਸ ਪੂਰੇ ਅਭਿਆਨ ਦੇ, ਪੂਰੀ ਮੁਹਿੰਮ ਦੇ, ਜੋ ਪੂਰੇ ਦੇਸ਼ ਵਿੱਚ ਚੱਲਦੀ ਹੈ। ਤੇ ਅਜੇ ਸ਼ਰਮਾ ਜੀ, ਤੁਹਾਡੇ ਲਈ ਮੇਰਾ ਇੱਕ ਸਵਾਲ ਹੈ ਕਿ ਕਾਨੂੰਨੀ ਚੋਰ ਮੋਰੀਆਂ ਬਾਕੀ ਸਟੇਟਾਂ ਦੇ ਵਿੱਚ ਵੀ ਕੰਮ ਕਰਦੀਆਂ ਨੇ ਜਾਂ ਸਿਰਫ ਪੰਜਾਬ ਦੇ ਵਿੱਚ ਹੀ ਇਹ ਪੇਸ਼ ਆਉਂਦੀਆਂ ਨੇ? ਪੰਜਾਬ ਦੇ ਵਿੱਚ ਤਾਂ ਹਾਲੇ ਤੱਕ ਜੇ ਆਪਾਂ ਗੱਲ ਕਰੀਏ, ਤੁਸੀਂ ਹਾਈ ਕੋਰਟ ਦੇ ਵਕੀਲ ਵੀ ਹੋ, ਪੰਜਾਬ ਦੇ ਵਿੱਚ ਤਾਂ ਸਾਡਾ ਸਿਸਟਮ ਇਹ ਹੈ ਕਿ ਇੱਕ ਅਨਪੜ੍ਹ ਵਿਅਕਤੀ ਜਿਹੜਾ ਉਹ ਆਪਦੇ ਕੇਸ ਦੇ ਲਈ ਹੱਥ ਬੰਨ੍ਹ ਕੇ ਕੋਰਟ ਦੇ ਵਿੱਚ ਖੜਾ ਹੁੰਦਾ ਤੇ ਵਕੀਲ ਉਸ ਦਾ ਇੰਗਲਿਸ਼ 'ਚ ਕੀ ਕਰ ਜਾਂਦਾ, ਅੰਗਰੇਜ਼ੀ ਦੇ ਵਿੱਚ ਬੋਲਦਿਆਂ ਉਹਨੂੰ ਕੁਝ ਪਤਾ ਨਹੀਂ ਲੱਗਦਾ, ਤੇ ਵਕੀਲ ਚਾਹੇ ਤਾਂ ਕੇਸ ਹਰਾ ਵੀ ਸਕਦਾ ਤਾਂ ਜਿੱਤਿਆ ਵੀ ਸਕਦਾ, ਤੇ ਉਹਨੂੰ ਖੁਦ ਨਹੀਂ ਪਤਾ ਲੱਗਦਾ ਕਿ ਉਸਦੇ ਵਕੀਲ ਨੇ ਕੀ ਕਿਹਾ। ਇਹ 'ਤੇ ਵੀ ਆਵਾਂਗੇ, ਪਰ ਇਸ ਤੋਂ ਪਹਿਲਾਂ ਜਿਹੜੀਆਂ ਕਾਨੂੰਨੀ ਚੋਰ ਮੋਰੀਆਂ ਗੱਲ ਕੀਤੀ ਹੈ ਡਾਕਟਰ ਭੀਮਿੰਦਰ ਜੀ ਨੇ, ਤੁਸੀਂ ਉਹਨਾਂ ਨਾਲ ਸਹਿਮਤ ਹੋ? ਨਹੀਂ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਦੇਖੋ ਜਹਾਂ ਤੱਕ ਕਾਨੂੰਨ ਦਾ ਸਵਾਲ ਹੈ, ਕਾਨੂੰਨ ਆਲਰੇਡੀ ਬਣਿਆ ਹੋਇਆ ਹੈ, ਠੀਕ ਹੈ, ਉਹਨੂੰ ਇੰਪਲੀਮੈਂਟ ਕਰਾਉਣਾ ਹੈ। ਪਹਿਲੇ ਤਾਂ ਸਰਕਾਰੀ ਅਦਾਰੇ ਹੈ ਜਿਹੜੇ ਸਰਕਾਰੀ ਮਹਿਕਮੇ ਨੇ, ਪੰਚਾਇਤਾਂ ਨੇ, ਉੱਥੇ ਜਿਹੜੇ ਤੁਸੀਂ ਦੇਖਦੇ ਹੋ ਜਿਹੜੇ ਵੀ ਬੋਰਡ ਲੱਗੇ ਨੇ ਉਹ ਸਾਰੇ ਅੰਗਰੇਜ਼ੀ 'ਚ ਲੱਗੇ ਨੇ, ਜਦ ਕਿ ਭਾਸ਼ਾ 'ਚ ਸਪੈਸੀਫਿਕ ਲਿਖਿਆ ਹੋਇਆ ਹੈ। ਹੁਣ ਤਾਂ ਬਹੁਤੀਆਂ ਥਾਵਾਂ ਤੇ, ਕੁਝ ਥਾਵਾਂ ਤੇ ਚੇਂਜ ਹੋਏ ਆ, ਉਹਨਾਂ ਦੇ ਸਪੈਸੀਫਿਕ ਲਿਖਿਆ ਹੋਇਆ ਹੈ ਕਿ ਤੁਸੀਂ ਸਾਈਜ਼ ਕਿੰਨਾ ਰੱਖਣਾ ਹੈ। ਪੰਜਾਬੀ ਜਿਹੜੀ ਤੁਹਾਡੀ ਜਿਹੜੇ ਵੀ ਰਾਜ ਦੀ ਭਾਸ਼ਾ ਲਿਖੀ ਜਾਏਗੀ ਉਹ ਬੜੇ ਅੱਖਰਾਂ 'ਚ ਉੱਪਰ ਲਿਖੀ ਜਾਏਗੀ, ਅਗਰ ਦੂਜੀ ਅੰਗਰੇਜ਼ੀ ਦੀ ਜਾਂ ਕਿਸੇ ਹੋਰ ਭਾਸ਼ਾ ਦੀ ਲੋੜ ਹੈ ਉਹ ਛੋਟੇ ਅੱਖਰਾਂ 'ਚ ਲਿਖੀ ਜਾਊਗੀ। ਲੇਕਿਨ ਜਿੱਥੇ ਵੀ ਅਸੀਂ ਚਾਹੇ ਕੋਰਟ 'ਚ ਚਲੇ ਜਾਈਏ, ਕੋਰਟਾਂ 'ਚ ਵੀ, ਸਾਰੀ ਕੋਰਟਾਂ 'ਚ ਅਸੀਂ ਦੇਖਦੇ ਹਾਂ ਬੜੇ ਅੱਖਰਾਂ 'ਚ ਅੰਗਰੇਜ਼ੀ 'ਚ ਨਾਮ ਲਿਖਿਆ ਹੁੰਦਾ ਜੱਜਿਸ ਦਾ, ਕਿਸੇ ਨੇ ਉਹ ਪੰਜਾਬੀ 'ਚ ਨਹੀਂ ਕਰਿਆ। ਜਦ ਕਿ ਸਰਕਾਰ ਦੇ ਕਾਨੂੰਨ ਦੇ ਅਨੁਸਾਰ ਸੈਸ਼ਨ ਕੋਰਟ ਤੱਕ ਸਾਰੇ ਜਿਹੜੇ ਬੋਰਡ ਹੈ, ਜਿਹੜੇ ਵੀ ਬਾਹਰ ਨਾਮ ਪਲੇਟ ਹੈ, ਪੱਟੀਕਾ ਬੋਲਦੇ ਜਿਹਨੂੰ, ਨਾਮ ਪੱਟੀਕਾ ਹੈਗੀ, ਉਹ ਸਾਰੀ ਪੰਜਾਬੀ 'ਚ ਹੋਣੀ ਚਾਹੀਦੀ ਹੈ। ਜਦ ਕਿ ਇਹ ਇੰਪਲੀਮੈਂਟ ਸਰਕਾਰ ਚਾਹੇ ਤਾਂ 1 ਦਿਨ 'ਚ ਹੋ ਸਕਦੀ ਹੈ, ਸਰਕਾਰੀ ਅਦਾਰੇ ਤਾਂ ਕਰ ਸਕਦੇ ਹੈ ਨਾ। ਤੁਸੀਂ ਪ੍ਰਾਈਵੇਟ ਬੰਦਿਆਂ ਨੂੰ ਇਨਸਿਸਟ ਨਹੀਂ ਕਰੋਗੇ ਛੇਤੀ, ਉਹਨਾਂ ਨੂੰ ਕਰਨ ਲਈ ਤੁਹਾਨੂੰ ਟਾਈਮ ਲੱਗੇਗਾ। ਲੇਕਿਨ ਜਿਹੜੇ ਤੁਹਾਡੇ ਅੰਡਰ ਕਾਰਜ ਕਰ ਰਹੇ ਹੈ, ਜਿਹੜੇ ਤੁਹਾਡੇ ਕਾਰਜ ਕਰ ਰਹੇ, ਤੁਹਾਡੀ ਸਾਈਟ ਚਲੇ ਜਾਓ, ਤੁਹਾਡੀ ਸਾਈਟ, ਅਸੀਂ ਪੰਜਾਬ ਦੀ ਕੋਈ ਵੀ ਸਾਈਟ ਖੋਲੀਏ, ਪੰਜਾਬ ਦੀ ਸਾਈਟ ਦੇ ਸਪੈਸੀਫਿਕ ਲਿਖਿਆ ਹੁੰਦਾ ਹੈ, ਭਗਵੰਤ ਮਾਨ ਸਪੈਸੀਫਿਕ ਡੈਜਿਗਨੇਸ਼ਨ ਲਿਖੀ ਹੈ, ਜਾਂ ਉਹ ਸਾਰੀ ਅੰਗਰੇਜ਼ੀ 'ਚ ਹੈ, ਉਹਨਾਂ ਨੂੰ ਸਾਰਿਆਂ ਨੂੰ ਚੇਂਜ ਕਰੋ। ਇਹਦੇ ਤੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ?
ਮੈਂ ਇਹੀ ਕਹਿਣਾ ਕਿਉਂਕਿ ਚਾਹੁੰਦਾ ਕਿ ਸਰਕਾਰ ਜਿਹੜੀਆਂ ਜੀ। ਸਾਈਟਸ ਨੇ ਘੱਟੋ ਘੱਟ ਉਹ ਤਾਂ ਸਰਕਾਰ ਦੇ ਆਪਣੇ ਹੱਥ 'ਚ ਨੇ, ਉਹਨਾਂ ਦੇ ਆਪਣੇ ਬੰਦਿਆਂ ਦੇ ਅਮਲੇ ਫੈਲੇ ਦੇ ਹੱਥ 'ਚ ਨੇ। ਬਿਲਕੁਲ। ਪਹਿਲਾਂ ਤਾਂ ਉੱਥੋਂ ਸ਼ੁਰੂ ਹੋਣੀ ਚਾਹੀਦੀ ਹੈ ਬਿਲਕੁਲ, ਭਾਸ਼ਾ ਦਾ ਸੁਧਾਰ। ਬਿਲਕੁਲ ਹੂੰ। ਇਹ ਗੱਲ ਬਿਲਕੁਲ ਠੀਕ ਹੈ ਵਕੀਲ ਸਾਹਿਬ ਦੀ, ਕਿ ਪਹਿਲਾਂ ਅਸੀਂ ਆਪਣੇ ਘਰ ਤੋਂ ਹੀ ਕੋਈ ਜਿਹੜੀ ਚੇਂਜ ਹੈ, ਬਦਲਾਅ ਜਿਹੜਾ ਹੈਗਾ ਉਹ ਸ਼ੁਰੂ ਹੋਣਾ ਚਾਹੀਦਾ ਹੈ। ਸੋ ਮਾਨ ਸਾਹਿਬ, ਕਿਉਂਕਿ ਮੈਂ ਫੇਰ ਕਹਾਂਗਾ ਕਿ ਜਿਹੜਾ ਇਹ ਸਿਸਟਮ ਚੱਲਿਆ ਆ ਰਿਹਾ ਅਫਸਰਸ਼ਾਹੀ ਦਾ, ਇਹ ਕੋਈ ਹੁਣ ਨਹੀਂ ਕਿ ਪਿਛਲੇ 10-11 ਮਹੀਨਿਆਂ ਤੋਂ, ਜਦੋਂ ਤੋਂ ਮਾਨ ਸਾਹਿਬ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਸ਼ੁਰੂ ਹੋਇਆ। ਇਹ ਇੱਕ ਪੂਰੇ ਦਾ ਪੂਰੀ ਇਤਿਹਾਸ ਹੈ 75 ਸਾਲਾਂ ਦਾ। ਸੋ ਉਹਨੂੰ ਬਦਲਣਾ, ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਬਦਲਾਅ ਸ਼ੁਰੂ ਹੋਏ ਨੇ, ਤਾਂ ਹੌਲੀ ਹੌਲੀ ਮੈਂ ਇਹ ਕਹਿਣਾ ਚਾਹੁੰਦਾ, ਕਿਉਂਕਿ ਹੁਣ ਤੁਸੀਂ ਕਈ ਵਾਰੀ ਇਹ ਹੁੰਦਾ ਕਿ ਸਖਤੀ ਕਰ ਸਕਦੀ ਹੈ ਸਰਕਾਰ, ਬਹੁਤ ਇਹਦੇ 'ਚ ਕਾਨੂੰਨੀ ਅੜਚਨਾਂ ਵੀ ਆ ਸਕਦੀਆਂ ਨੇ, ਔਰ ਲੋਕਾਂ ਨੂੰ ਧੱਕੇ ਦੇ ਨਾਲ ਵੀ ਉਹਨਾਂ ਦੇ ਬਦਲੇ ਜਾ ਸਕਦੇ ਨੇ, ਔਰ ਬਹੁਤ ਸਖਤੀ ਵੀ ਜਿਹੜੀ ਹੈਗੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਜਾ ਸਕਦੀ ਹੈ। ਪਰ ਫਿਲਹਾਲ ਜਿਵੇਂ ਤੁਸੀਂ ਕਿਹਾ ਸੀਗਾ ਸ਼ੁਰੂ ਦੇ ਵਿੱਚ ਕਿ ਕਾਨੂੰਨ ਦੀ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਕੋਖਿਆ ਜਾਏਗਾ, ਔਰ ਜੇਕਰ ਕੋਈ ਉਹਨਾਂ ਨੂੰ ਕੋਖਣ ਤੋਂ ਬਾਅਦ ਕੋਈ ਫਿਰ ਵੀ ਕੋਈ ਅਣਗਹਿਲੀ ਕਰਦਾ ਹੈ ਪੰਜਾਬੀ ਮਾਤ ਭਾਸ਼ਾ ਦੇ ਪ੍ਰਤੀ, ਤਾਂ ਉਹਨੂੰ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ, ਕਿਵੇਂ ਦਿੱਤੀਆਂ ਜਾ ਸਕਦੀਆਂ ਨੇ, ਔਰ ਉਹਨੂੰ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ, ਇਹਦੇ ਉੱਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਮਿਨਿਸਟਰ ਸਾਹਿਬਾਨ ਨੇ ਜਾਂ ਜਿਹੜੇ MLA ਸਾਹਿਬਾਨ ਨੇ, ਉਹ ਸਾਂਝੀ ਰਾਏ ਬਣਾਉਣਗੇ। ਔਰ ਜੇਕਰ ਉਹ ਨਵਾਂ ਕਾਨੂੰਨ ਬਣਦਾ ਹੈ ਤਾਂ ਬਹੁਤ ਛੇਤੀ ਰਾਤੋਂ ਰਾਤ, ਜਿਵੇਂ ਵਕੀਲ ਸਾਹਿਬ ਨੇ ਕਿਹਾ, ਤਾਂ ਉਹ ਕਾਨੂੰਨ ਬਣਨ ਤੋਂ ਬਾਅਦ ਰਾਤੋਂ ਰਾਤ ਇਹ ਚੀਜ਼ਾਂ ਬਦਲੀਆਂ ਜਾਣਗੀਆਂ। ਮੁੱਦਾ ਤਾਂ ਇਹ ਵੀ ਹੈ ਕਿ ਸਕੂਲਾਂ ਦੇ ਵਿੱਚ, ਕਨਵੈਂਟ ਸਕੂਲਾਂ ਦੇ ਵਿੱਚ ਅਜੇ ਤੱਕ ਸਰਕਾਰਾਂ ਦਾ ਦਖਲ ਜਿਹੜਾ ਹੈ ਉਹ ਉਹਨਾਂ ਨਹੀਂ ਹੋ ਸਕਿਆ ਪੰਜਾਬੀ ਦੇ ਸਬੰਧ ਦੇ ਵਿੱਚ ਜਿੰਨਾ ਹੋਣਾ ਚਾਹੀਦਾ ਸੀ। ਪੰਜਾਬ ਦੇ ਵਿੱਚ ਸਕੂਲ ਚਲਾਉਂਦੇ ਨੇ, ਨਿੱਜੀ ਸੰਸਥਾਵਾਂ ਚਲਾਉਂਦੀਆਂ ਨੇ, ਚੰਗਾ ਮੋਟਾ ਪੈਸਾ ਕਮਾ ਰਹੀਆਂ ਨੇ, ਪਰ ਸਰਕਾਰਾਂ ਦੀ ਕਿੰਨੀ ਕਮਾਉਂਦੀਆਂ ਨੇ ਇਹ ਅਸੀਂ ਕਰੋਨਾ ਕਾਲ ਦੇ ਵਿੱਚ ਵੀ ਦੇਖਿਆ। ਸਰਕਾਰਾਂ ਤੋਂ ਕਿੰਨੀਆਂ ਕੁ ਬਾਗੀ ਨੇ ਇਹ ਕਰੋਨਾ ਕਾਲ ਦੇ ਵਿੱਚ ਬੜੀ ਚੰਗੀ ਤਰ੍ਹਾਂ ਦਿਖਿਆ। ਹੁਣ ਵੀ ਸਿਸਟਮ ਜਿਹੜਾ ਉਹ ਜ਼ਿਆਦਾ ਹੱਦ ਤੱਕ ਨਹੀਂ ਬਦਲਿਆ। ਹਾਲਾਂਕਿ ਜੇ ਆਪਾਂ ਦੇਖੀਏ ਸਰਕਾਰੀ ਸਿਸਟਮ ਦੇ ਵਿੱਚ ਵੀ ਅੰਗਰੇਜ਼ੀ ਇੰਨੀ ਬੁਰੀ ਤਰ੍ਹਾਂ ਪੈਠ ਕਰਦੀ ਜਾ ਰਹੀ ਹੈ। ਸਕੂਲਸ ਆਫ ਐਮੀਨੈਂਸ ਇਹ ਸ਼ੁਰੂ ਕੀਤਾ ਗਿਆ। ਹਾਲਾਂਕਿ ਇਸ ਚੀਜ਼ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਹੋਰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ, ਪਰ ਪੰਜਾਬੀ ਨੂੰ ਨਜ਼ਰਅੰਦਾਜ਼ ਕਰਕੇ ਜਿੱਥੇ ਹੁੰਦਾ ਉੱਥੇ ਸਖਤੀ ਹੋਣੀ ਚਾਹੀਦੀ ਹੈ। ਉੱਥੇ ਸਖਤੀ ਕਿਉਂ ਨਹੀਂ ਕੀਤੀ ਜਾਂਦੀ? ਬਿਲਕੁਲ, ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਖਤੀ ਉਹੀ ਤਾਂ ਹੀ ਕਰ ਸਕਦੇ ਆ ਜੇਕਰ ਕਾਨੂੰਨ ਸਾਡੇ ਹੱਕ 'ਚ ਖੜਦਾ ਹੈ। ਕਾਨੂੰਨ ਦੇ ਵਿੱਚ ਜਿਹੜੀਆਂ ਦੱਸਿਆ ਗਿਆ ਕਿ ਚੋਰ ਮੋਰੀਆਂ ਹੋਣ ਕਰਕੇ ਸਜ਼ਾ ਦਾ ਜਿਹੜਾ ਪਾਬੰਦੀ ਹੈ, ਜਾਂ ਉਹਦੇ ਵਿੱਚ ਕਿਵੇਂ ਉਹਨਾਂ ਨੂੰ ਕਿੰਨੀ ਸਜ਼ਾ ਮਿਲਣੀ ਹੈ ਜੇਕਰ ਉਹਨੇ ਪੰਜਾਬੀ 'ਚ ਜਾਂ ਉੱਪਰ ਨਹੀਂ ਲਿਖਿਆ ਜਾਂ ਨੀਚੇ ਨਹੀਂ ਲਿਖਿਆ, ਤਾਂ ਉਹਦੇ ਇੱਕ ਪੂਰੇ ਦਾ ਪੂਰਾ ਇੱਕ ਖਾਕਾ ਤਿਆਰ ਹੋਏਗਾ, ਔਰ ਉਹਦੇ ਅਨੁਸਾਰ ਜਿਹੜੀਆਂ ਸਜ਼ਾਵਾਂ ਜਦੋਂ ਉਹਨਾਂ ਦਾ ਪ੍ਰਾਵਧਾਨ ਹੋਏਗਾ ਕਾਨੂੰਨ ਦੇ ਵਿੱਚ, ਤਾਂ ਲਾਜ਼ਮੀ ਤੌਰ ਤੇ ਸਕੂਲਾਂ ਦੇ ਵਿੱਚ ਵੀ, ਕਾਲਜਸ ਦੇ ਵਿੱਚ ਵੀ, ਇੱਥੋਂ ਤੱਕ ਯੂਨੀਵਰਸਿਟੀਆਂ ਤੱਕ ਜਿਹੜਾ ਹੈਗਾ ਉਹ ਐਜੂਕੇਸ਼ਨ ਸਿਸਟਮ ਨੂੰ ਸੁਧਾਰਿਆ ਜਾਏਗਾ। ਔਰ ਬਹੁਤ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਏਗਾ ਕਿ ਬੈਂਸ ਸਾਹਿਬ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ, ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੀ ਪੰਜਾਬੀ ਭਾਸ਼ਾ ਨੂੰ ਲੈ ਕੇ ਜਿੰਨੇ ਵੀ ਉਹਨਾਂ ਦੇ ਬਿਆਨ ਆਏ ਨੇ, ਉਹ ਵੀ ਬਹੁਤ ਉਹਦੇ ਨਾਲ ਲੋਕ ਖੁਸ਼ ਨੇ। ਔਰ ਇੱਥੋਂ ਤੱਕ ਕਿ ਤੁਸੀਂ ਦੇਖੋਗੇ ਕਿ ਜਿਹੜੀਆਂ ਬਾਕੀ ਭਾਸ਼ਾਵਾਂ ਨੇ, ਅਸੀਂ ਇਹ ਨਹੀਂ ਚਾਹੁੰਦੇ, ਆਮ ਆਦਮੀ ਪਾਰਟੀ ਇਹ ਵੀ ਨਹੀਂ ਚਾਹੁੰਦੀ, ਜਿਵੇਂ ਤੁਸੀਂ ਵੀ ਕਿਹਾ ਕਿ ਬਾਕੀ ਭਾਸ਼ਾਵਾਂ ਤੋਂ ਅਸੀਂ ਕੱਟ ਦਈਏ। ਇਹਦਾ ਮਤਲਬ ਇਹ ਨਹੀਂ ਹੈ ਕਿ ਅੰਗਰੇਜ਼ੀ ਜਾਂ ਹਿੰਦੀ ਨੂੰ ਅਸੀਂ ਨੁਕਰੇ ਲਾਉਣਾ ਹੈ ਜਾਂ ਉਹਨੂੰ ਜਿਹੜਾ ਹੈਗਾ ਨਹੀਂ ਪੜ੍ਹਾਉਣਾ। ਉਹ ਵੀ ਪੜ੍ਹਨੀਆਂ ਚਾਹੀਦੀਆਂ ਨੇ, ਉਹ ਵੀ ਬਰਾਬਰ ਹੀ ਉਹਨਾਂ ਦੀ ਐਜੂਕੇਸ਼ਨ ਹੋਏਗੀ, ਪਰ ਨਾਲ ਨਾਲ ਆਪਣੀ ਭਾਸ਼ਾ ਜਿਹੜੀ ਹੈਗੀ ਹੈ, ਪਰ ਪੰਜਾਬੀ ਪਰ ਉਹਨਾਂ ਭਾਸ਼ਾਵਾਂ ਕਰਕੇ ਅਸੀਂ ਪੰਜਾਬੀ ਨੂੰ ਕਿਵੇਂ ਬਦਹਾਲ ਕਰ ਰਹੇ ਹਾਂ। ਹਾਲੇ ਪਿਛਲੇ ਜਦੋਂ ਇਹ ਮੁਹਿੰਮ ਸ਼ੁਰੂ ਹੋਈ ਹੈ, ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ, ਤਾਂ ਮੋਗਾ ਦੇ ਇੱਕ ਚੌਂਕ ਦੀ ਜਿਹੜੀ ਹੈ ਉਹ ਫੋਟੋ ਜਾਂ ਵੀਡੀਓ ਵਾਇਰਲ ਹੋ ਰਹੀ ਸੀ, ਜਿਹਦੇ ਵਿੱਚ ਲਿਖਿਆ ਸੀ ਖੁਸ਼ ਹੋਈਏ ਆਪ ਮੋਗਾ ਮੇ ਹੋ, ਲਿਖਿਆ ਹੋਇਆ ਪੰਜਾਬੀ ਦੇ ਵਿੱਚ ਸੀ। ਤਾਂ ਇਹ ਹਾਲਾਤ ਸਾਡੇ ਮਤਲਬ ਬਣਦੇ ਜਾ ਰਹੇ ਨੇ ਕਿ ਅਸੀਂ ਪੰਜਾਬੀ ਨੂੰ ਵੀ ਹਿੰਦੀ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ। ਤਾਂ ਵਕੀਲ ਸਾਹਿਬ, ਮੈਂ ਤੁਹਾਡੇ ਕੋਲੇ ਦੁਬਾਰਾ ਆ ਰਿਹਾ ਕਿ ਤੁਸੀਂ 4 ਸਟੇਟਾਂ ਦੇ ਵਿੱਚ ਜਿੱਦਾਂ ਦੱਸਿਆ ਕਿ ਉਹਨਾਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਬਣਦਾ ਥਾਂ ਦਿਵਾਇਆ ਕੋਰਟਾਂ ਦੇ ਵਿੱਚ, ਤੇ ਪੰਜਾਬ ਦੇ ਵਿੱਚ ਕੀ ਦਿੱਕਤ ਹੈ? ਇੱਥੇ ਕਿਉਂ ਨਹੀਂ ਕੋਰਟਾਂ ਦੇ ਵਿੱਚ ਜਿਹੜੀ ਹੈ ਉਹ ਪੰਜਾਬੀ ਲਾਗੂ ਹੁੰਦੀ? ਵਕੀਲ ਜਿਹੜੇ ਨੇ ਉਹ ਕਿਉਂ ਨਹੀਂ ਪੰਜਾਬੀ 'ਚ ਬਹਿਸ ਕਰਦੇ? ਦੇਖੋ, ਸਭ ਤੋਂ ਬੜੀ ਪ੍ਰੋਬਲਮ ਜਿਹੜੀ ਆਉਂਦੀ ਹੈ ਸਾਡੇ ਸਾਹਮਣੇ ਕਿ ਜਿਹੜਾ ਸਾਡਾ ਸ਼ਡਿਊਲ ਹੈ, ਕਨਸਟੀਟਿਊਸ਼ਨ ਕੀ ਕਹਿੰਦਾ ਹੈ? ਕਨਸਟੀਟਿਊਸ਼ਨ 'ਚ ਜਿਹੜੀ 8ਵਾਂ ਸ਼ਡਿਊਲ ਹੈ ਉਸ 'ਚ 22 ਭਾਸ਼ਾਵਾਂ ਦਈ ਗਈਆਂ। 22 ਭਾਸ਼ਾਵਾਂ 'ਚ ਕਿਧਰੇ ਵੀ ਅੰਗਰੇਜ਼ੀ ਨਹੀਂ ਹੈ। ਉਹ 22 ਭਾਸ਼ਾਵਾਂ ਨੂੰ ਕੇਂਦਰ ਸਰਕਾਰ ਦਾ ਔਰ ਸਟੇਟਾਂ ਦਾ ਪ੍ਰੈਰੋਗੇਟਿਵ ਹੈ ਕਿ ਆਪਣੇ ਸਟੇਟ 'ਚ ਆਪਣੀ ਭਾਸ਼ਾਵਾਂ ਨੂੰ ਬੜਾਵਾ ਦੇਣ। ਇਹ 22 ਭਾਸ਼ਾ ਹੈਗੇ। ਉਹਦੇ ਬਾਅਦ ਸਟੇਟ ਲੈਂਗੁਏਜ ਜਿਹੜਾ ਕਨਸਟੀਟਿਊਸ਼ਨ ਅੱਗੇ ਕਹਿੰਦਾ ਹੈ, ਸੈਕਸ਼ਨ ਕਨਸਟੀਟਿਊਸ਼ਨ ਦੀ ਸੈਕਸ਼ਨ ਹੈ ਜਿਹੜੀ 248, ਇਹ ਕਹਿੰਦੀ ਹੈ ਲੈਂਗੁਏਜ ਦੇ ਬਾਰੇ ਕਿ ਸੁਪਰੀਮ ਕੋਰਟ ਜਿਹੜੀ ਹੈ ਹਲੇ ਇੰਗਲਿਸ਼ ਹੋਏਗੀ। ਉਹਦੇ ਬਾਅਦ
ਚੇਂਜ ਕਿੱਦਾਂ ਕਰ ਸਕਦੇ ਹਾਂ। ਇਹਦੇ 'ਚ ਕਲੌਜ਼ 48B ਕੀ ਕਹਿੰਦੇ ਆ, ਨਾਟ ਵੀ ਸਟੈਂਡਿੰਗ ਐਨੀਥਿੰਗ ਇਨ ਕਲੌਜ਼ A ਆਫ ਕਲੌਜ਼ 1 ਆਫ ਦ ਗਵਰਨਰ ਆਫ ਦ ਸਟੇਟ ਮੇ, ਮਤਲਬ ਉਧਰ ਦਾ ਜਿਹੜਾ ਵੀ ਗਵਰਨਰ ਹੋਏਗਾ, ਜਿਹੜੀ ਵੀ ਸਟੇਟ ਦਾ ਗਵਰਨਰ ਹੋਏਗਾ, ਉਹ ਕਿਆ ਕਰ ਸਕਦਾ ਹੈ, ਵਿਦ ਦੀ ਪ੍ਰੀਵੀਅਸ ਕੰਸੈਂਟ ਆਫ ਪ੍ਰੈਜ਼ੀਡੈਂਟ, ਉਹ ਕੰਸੈਂਟ ਭੇਜੇਗਾ ਪ੍ਰੈਜ਼ੀਡੈਂਟ ਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜਾ ਹਾਈ ਕੋਰਟ ਹੈ ਔਰ ਉਸ 'ਚ ਜਿਹੜੇ ਸਟੇਟ ਭੇਜੇਗਾ ਉਸ ਸਟੇਟ ਦੀ ਲੈਂਗੁਏਜ ਸ਼ੁਰੂ ਹੋਣੀ ਚਾਹੀਦੀ ਹੈ। ਅਥੋਰਾਈਜ਼ਡ ਟੂ ਯੂਜ਼ ਦੀ ਜੈਸੇ ਹਿੰਦੀ ਲੈਂਗੁਏਜ ਔਰ ਐਨੀ ਅਦਰ ਲੈਂਗੁਏਜ ਯੂਜ਼ for any official purpose of the state in proceeding in Hindi in high courts having a principal seat of the state। मतलब ਗਵਰਨਰ ਕੋਲ ਇਹ ਇਖਤਿਆਰ ਹੈ ਕਿ ਗਵਰਨਰ ਕੋਈ ਵੀ ਲਿਖਿਤ 'ਚ ਭੇਜ ਸਕਦਾ ਹੈ ਉਹਨੂੰ ਪ੍ਰੈਜ਼ੀਡੈਂਟ ਨੂੰ ਕਿ ਫਲਾਣੇ ਸਟੇਟ 'ਚ ਅਸੀਂ ਹਾਈ ਕੋਰਟ 'ਚ ਫਲਾਨੀ ਭਾਸ਼ਾ ਚਾਹੁੰਦੇ ਹਾਂ। 4 ਸਟੇਟਾਂ ਇਹ ਆਲਰੇਡੀ ਸ਼ਕਤੀ ਦਾ ਪ੍ਰਯੋਗ ਕਰਿਆ ਹੈ। ਰਾਜਸਥਾਨ 'ਚ 1965 ਤੋਂ ਹਿੰਦੀ ਲਾਗੂ ਹੈ, ਉੱਤਰ ਪ੍ਰਦੇਸ਼ 'ਚ 1969 'ਚ, ਮੱਧ ਪ੍ਰਦੇਸ਼ 1971 ਔਰ ਬਿਹਾਰ ਨੇ 1972 में उधर ਜਿਹੜੇ ਉਹਨਾਂ ਦੇ ਰਾਜਪਾਲ ਨੇ ਆਪਣੀ ਸ਼ਕਤੀਆਂ ਦਾ ਪ੍ਰਯੋਗ ਕਰਕੇ ਉਧਰ ਦੀ ਲੈਂਗੁਏਜ ਨੂੰ ਹਿੰਦੀ ਕਰਿਆ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੀ ਚਾਹੇ ਤਾਂ ਪੰਜਾਬ ਦੇ ਗਵਰਨਰ ਨੂੰ ਉਹ ਅਥਾਰਟੀ ਦੇ ਔਰ ਗਵਰਨਰ ਅੱਗੇ ਫਰਦਰ ਪ੍ਰੋਸੀਡਿੰਗ ਕਰੇ ਔਰ ਸਿੱਧਾ ਹਿਸਾਬ ਹੈ ਕਿ ਉਹਦੇ 'ਚ ਆਪਣਾ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਉੱਥੇ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵੀ ਅਲਾਉ ਹੋਏਗੀ। ਔਰ ਜਿੱਥੇ ਤੱਕ ਸੈਸ਼ਨ ਕੋਰਟ ਦਾ ਨਿਚਲੀ ਕੋਰਟਾਂ ਦਾ ਸਵਾਲ ਹੈ, ਨਿਚਲੀ ਕੋਰਟਾਂ 'ਚ ਆਲਰੇਡੀ ਅਮੈਂਡਮੈਂਟ ਹੋ ਰੱਖੀ ਹੈ ਐਕਟ 'ਚ 2008 'ਚ ਪੰਜਾਬ ਸਰਕਾਰ ਨੇ ਖੁਦ ਅਮੈਂਡਮੈਂਟ ਕੀ ਹੈ ਜਿਹਦੇ ਤੇ 3A ਸੈਕਸ਼ਨ ਜੋੜਾ ਗਿਆ ਹੈ। ਸੈਕਸ਼ਨ 3A ਆਫ ਪੰਜਾਬ ਆਫੀਸ਼ੀਅਲ ਲੈਂਗੁਏਜ ਐਕਟ 1967 ਇਹ ਕਹਿੰਦਾ ਹੈ ਕਿ ਜੋ ਵੀ ਟ੍ਰਿਬਿਊਨਲ ਹੈ, ਕੋਰਟ ਹੈ, ਡਿਸਟ੍ਰਿਕਟ ਕੋਰਟ ਤੱਕ ਜੋ ਵੀ ਕੰਮ ਹੋਏਗਾ ਉੱਥੇ ਪੰਜਾਬੀ 'ਚ ਹੋਏਗਾ। 2008 ਤੋਂ ਅਮੈਂਡਮੈਂਟ ਹੋਈ ਹੈ, ਅੱਜ 2023 'ਚ ਅਸੀਂ ਖੜੇ हैं, लेकिन ਅੱਜ ਤੱਕ ਕੋਰਟ 'ਚ ਪ੍ਰੋਸੀਡਿੰਗ ਪੰਜਾਬੀ 'ਚ ਸ਼ੁਰੂ ਨਹੀਂ ਹੋਈ। ਕੋਈ ਵੀ ਕੋਰਟ ਅੱਜ ਹਾਲੇ ਵੀ ਪੰਜਾਬੀ 'ਚ ਕੰਮ ਨਹੀਂ ਕਰਦੀ, ਨਾ ਤੁਹਾਨੂੰ ਉੱਧਰ ਆਰਡਰ ਮਿਲਦੇ ਆ, ਨਾ ਡਿਗਰੀ ਮਿਲਦੀ ਹੈ, ਨਾ ਉੱਥੇ ਕੰਮ ਹੋ ਰਿਹਾ ਕੋਰਟਾਂ 'ਚ। ਇਹ ਕਿਹਦੀ ਅਣਗਹਿਲੀ ਹੈ? ਪੰਜਾਬ ਸਰਕਾਰ ਸਟੇਟ ਜਿਹੜੇ ਡਿਸਟ੍ਰਿਕਟ ਕੋਰਟ ਹੈ ਉਹ ਪੰਜਾਬ ਸਰਕਾਰ ਤੋਂ ਸਾਰਾ ਕੁਝ ਲੈਂਦੇ ਹੈ, ਉਹਨਾਂ ਤੋਂ ਸੈਲਰੀ ਲੈ ਰਹੇ ਹੈ, ਸਾਰੀ ਚੀਜ਼ਾਂ ਪੰਜਾਬ ਸਰਕਾਰ ਤੋਂ ਸਰਕਾਰ ਸਖਤੀ ਨਹੀਂ ਕਰ ਰਹੀ। ਸਰਕਾਰ ਸਖਤੀ ਕਰੇਗੀ ਤਾਂ ਕੋਰਟਾਂ ਆਪਣੇ ਆਪ ਕਰਨਗੀਆਂ। ਇਨਸਾਫ ਦੇ ਮਾਮਲੇ 'ਚ ਕਿਤੇ ਨਾ ਕਿਤੇ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ, ਫਿਰ ਹੀ ਜਿਹੜਾ ਹੈ ਕੋਰਟਾਂ ਦੇ ਵਿੱਚ ਕੰਮ ਜਿਹੜਾ ਹੈ ਇਨਸਾਫ ਦਾ ਕੰਮ ਜਿਹੜਾ ਉਹ ਸਾਡੀ ਮਾਤ ਭਾਸ਼ਾ 'ਚ ਹੋ ਸਕਦਾ। ਜਿੰਨੀ ਦੇਰ ਸਾਨੂੰ ਇਨਸਾਫ ਹੀ ਨਹੀਂ ਪਤਾ ਕਿ ਸਾਨੂੰ ਮਿਲਣ ਵੱਲ ਜਾ ਰਿਹਾ ਹੈ ਜਾਂ ਕਿੱਧਰ ਜਾ ਰਿਹਾ, ਉਨੀ ਦੇਰ ਇੱਕ ਆਮ ਆਦਮੀ ਇਨਸਾਫ ਲਏਗਾ ਕਿਵੇਂ? ਉਹਨੂੰ ਖੁਦ ਨਹੀਂ ਪਤਾ ਹੁੰਦਾ, ਕੋਰਟ ਦੇ ਵਿੱਚ ਖੜਾ ਹੈ ਕਿ ਵਕੀਲ ਉਹਦੇ ਲਈ ਕੀ ਬੋਲ ਰਿਹਾ ਹੈ, ਉਹਦੇ ਲਈ ਗਲਤ ਬੋਲ ਰਿਹਾ ਹੈ, ਜੋ ਉਹਦੇ ਨਾਲ ਹੋਇਆ ਉਹੀ ਬੋਲ ਰਿਹਾ ਜਾਂ ਕੁਝ ਹੋਰ ਆਪਦੀ ਕਹਾਣੀ ਬਿਆਨ ਕਰ ਰਿਹਾ ਹੈ। ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜੋ ਹਕੀਕਤ ਹੁੰਦੀ ਹੈ ਜਦੋਂ ਉਸ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਤਾਂ ਜੱਜ ਨੂੰ ਵੀ ਜਿਹੜੀ ਹੈ ਉਹ ਕਹਾਣੀ ਜਲਦੀ ਸਮਝ ਆਉਂਦੀ ਹੈ ਤੇ ਇਨਸਾਫ ਸੌਖਾ ਮਿਲ ਜਾਂਦਾ ਹੈ। ਕਈ ਵਾਰ ਵਕੀਲਾਂ ਦੀਆਂ ਆਪਣੀਆਂ ਘੁੰਡੀਆਂ ਹੁੰਦੀਆਂ ਨੇ, ਉਹਦੇ ਵਿੱਚ ਜਦੋਂ ਗੱਲ ਘੁੰਮਦੀ ਹੈ ਤਾਂ ਫਿਰ ਬਹੁਤ ਦੂਰ ਤੱਕ ਚਲੀ ਜਾਂਦੀ ਹੈ, ਇਨਸਾਫ ਇੰਨੀ ਦੂਰ ਚਲਾ ਜਾਂਦਾ ਕਿ ਉਹ ਇਨਸਾਫ ਹੀ ਨਹੀਂ ਰਹਿੰਦਾ। ਇਹ ਅਸੀਂ ਅਕਸਰ ਸਮਾਜਿਕ ਵਰਤਾਰੇ ਦੇ ਵਿੱਚ ਵੇਖਦੇ ਰਹਿੰਦੇ ਹਾਂ। ਤਾਂ ਕਿਤੇ ਨਾ ਕਿਤੇ ਇੱਥੇ ਜ਼ਰੂਰਤ ਜਿਹੜੀ ਹੈ ਭੀਮਿੰਦਰ ਜੀ ਕਿੰਨੀ ਮਹਿਸੂਸ ਕਰਦੇ ਹੋ ਕਿ ਸਰਕਾਰ ਨੂੰ ਫੌਰੀ ਤੌਰ 'ਤੇ ਕਦਮ ਚੁੱਕਣਾ ਚਾਹੀਦਾ ਹੈ? ਘੱਟੋ ਘੱਟ ਇਹ ਕਦਮ ਤਾਂ ਸਰਕਾਰ ਦੇ ਵੱਸਦਾ ਹੈ ਨਾ। ਬਾਕਾਇਦਾ ਜਿੰਨੇ ਕੁ ਮੈਂ ਭਾਸ਼ਾ ਐਕਟ 'ਚ ਪੜ੍ਹਿਆ ਹੈ ਜਾਂ ਜੋ ਵੀ ਹੈ, ਉਹ ਘੱਟੋ ਘੱਟ ਇਸ ਚੀਜ਼ ਦਾ ਤਾਂ ਹਰ ਥਾਂ 'ਤੇ ਭਾਸ਼ਾ ਐਕਟ ਜਿਹੜਾ ਹੈ ਉਹ ਸਮਰਥਨ ਕਰਦਾ ਹੈ ਕਿ ਲੋਕਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ ਕੰਮਕਾਜ ਹੋਵੇ। ਬਿਲਕੁਲ ਬਿਲਕੁਲ, ਇਹਦੇ 'ਚ ਕੋਈ ਦੋਰਾਵਾਂ ਹੈ ਹੀ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਇੱਥੋਂ ਤੱਕ ਕਿ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਜਦੋਂ ਤੋਂ ਬਣੇ ਨੇ, ਉਹ ਆਪਣੀ ਇਸ ਖਿੱਤੇ ਦੇ ਵਿੱਚ ਪੰਜਾਬੀ ਨੂੰ ਡਿਵੈਲਪ ਕਰਨ ਦੇ ਲਈ ਲਗਾਤਾਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ, ਚਾਹੇ ਉਹ ਦੁਕਾਨਾਂ ਦੀ ਬਾਜ਼ਾਰ ਦੀ ਭਾਸ਼ਾ ਹੋਵੇ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਪੰਜਾਬੀ ਭਾਸ਼ਾ ਪਰਿਵਾਰ ਦੀ ਭਾਸ਼ਾ ਬਣਨੀ ਚਾਹੀਦੀ ਹੈ। ਮੈਨੂੰ ਇੱਕ ਗੱਲ ਦੱਸੋ ਕਿ ਸਰਕਾਰ ਨੇ ਅੱਜ ਤੱਕ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਮੀਟਿੰਗ ਬੁਲਾਈ ਹੈ ਬੁੱਧੀਜੀਵੀਆਂ ਦੀ ਜਾਂ ਜੋ ਪੰਜਾਬੀ ਦੇ ਸਾਹਿਤਕਾਰ ਨੇ, ਲੇਖਕ ਨੇ? ਚਾਹੀਦਾ ਤਾਂ ਇਹ ਹੈ ਕਿ ਇੱਕ ਇਸ ਤਰ੍ਹਾਂ ਦੀ ਬਿਲਕੁਲ ਬੁਲਾਈ ਜਿਹੜੀ ਹੈ ਉਹ ਰਹਿ ਲੈਣੀ ਚਾਹੀਦੀ ਹੈ ਕਿ ਪੰਜਾਬੀ ਨੂੰ ਸਹੀ ਰੂਪ 'ਚ ਕਿਵੇਂ ਲਾਗੂ ਕੀਤਾ ਜਾਵੇ। ਪਿਛਲੇ ਮਹੀਨੇ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਤੁਸੀਂ ਦੇਖੋਗੇ ਕਿ ਮੈਂ ਜਿਹੜੀ ਜ਼ਿਕਰ ਵੀ ਕੀਤਾ ਸੀ ਪਹਿਲਾਂ ਕਿ ਸਾਡੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ, ਉਹਨਾਂ ਨੇ ਬਕਾਇਦਾ ਤੌਰ ਤੇ ਜਿੰਨੇ ਵੀ ਸਾਡੀਆਂ ਲੇਖਕ ਸਭਾਵਾਂ ਨੇ ਉਹਨਾਂ ਦੇ ਮੁਖੀਆਂ ਨੂੰ, ਜਿੰਨੇ ਵੀ ਸਾਡੇ ਪੰਜਾਬੀ ਨਾਲ ਸੰਬੰਧਿਤ ਅਦਾਰੇ ਨੇ ਉਹਨਾਂ ਦੇ ਮੁਖੀਆਂ ਨੂੰ, ਔਰ ਹੋਰ ਵੀ ਜਿਹੜੇ ਪੰਜਾਬੀ ਪਿਆਰੇ ਨੇ, ਲਗਭਗ ਉਹਦੇ ਵਿੱਚ 100 ਬੰਦਾ ਪੰਜਾਬ ਦਾ ਜਿਹੜੀ ਕਰੀਮ ਸੀਗੀ ਜਿਹੜੀ ਪੰਜਾਬੀ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੀ ਹੋਈ ਹੈ, ਉਹਨਾਂ ਦੀ ਬਕਾਇਦਾ ਮੀਟਿੰਗ ਬੁਲਾਈ ਗਈ।
ਔਰ ਉਹਨਾਂ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਸੀਗੀਆਂ ਉਹ ਤਿਆਰ ਕੀਤੀਆਂ ਗਈਆਂ। ਹੁਣ ਉਹਨਾਂ ਦੇ ਪ੍ਰੋਸੀਡਿੰਗ ਦੇ ਆਧਾਰ ਦੇ ਉੱਤੇ ਜਿਹੜਾ ਵੀ ਉੱਥੋਂ ਨਤੀਜਾ ਨਿਕਲੇਗਾ ਉਹਦੇ ਆਧਾਰ ਦੇ ਉੱਤੇ ਜਿਹੜਾ ਕਿਤੇ ਸਰਕਾਰ ਨੂੰ ਕਿਸੇ ਨੇ ਇਹ ਰਾਏ ਨਹੀਂ ਦਿੱਤੀ ਕਿ ਅਜੇ ਤਾਂ ਇਹ ਕਾਨੂੰਨ ਹੀ ਹੈ ਨਹੀਂ ਕਿ ਪਹਿਲਾਂ ਇਹ ਕਾਨੂੰਨ ਲੈ ਕੇ ਆਓ ਫਿਰ ਹੀ ਆਪਾਂ ਇਹ ਜਿਹੜਾ ਹੁਕਮ ਕਰ ਸਕਦੇ ਹਾਂ। ਬਿਲਕੁਲ, ਦੇਖੋ ਮੈਂ ਫੇਰ ਕਹਾਂਗਾ ਕਿ ਜਿਹੜੀ 75 ਸਾਲਾਂ ਦੀਆਂ ਜਿਹੜੀਆਂ ਚੋਰ ਮੋਰੀਆਂ ਰਹਿ ਗਈਆਂ ਸੀਗੀਆਂ ਉਹ ਬਕਾਇਦਾ ਤੌਰ ਤੇ ਉਹਦੇ ਵਿੱਚ ਕਾਨੂੰਨਾਂ ਦੇ ਮਾਹਿਰ ਵੀ ਲੋਕ ਬੁਲਾਏ ਗਏ ਸੀਗੇ। ਸਾਡੇ ਲੇਖਕ ਸਾਹਿਬਾਨ ਨੇ, ਮਿੱਤਰ ਸੈਨ ਮੀਤ ਹੋ ਰਹੀ ਉਸ ਮੀਟਿੰਗ ਦੇ ਵਿੱਚ ਸੱਦੇ ਗਏ ਬਕਾਇਦਾ ਤੌਰ ਤੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਉਹਨਾਂ ਨੇ ਤਾਂ ਰਾਜ ਭਾਸ਼ਾ ਐਕਟ ਤੇ ਬਕਾਇਦਾ ਇੱਕ ਕੰਮ ਬਣਾਇਆ ਹੋਇਆ, ਉਹਨਾਂ ਨੂੰ ਬਕਾਇਦਾ ਬਣਾਇਆ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਵੀ ਕਿਉਂ ਨਾ ਅਸੀਂ ਇਸ ਤਰ੍ਹਾਂ ਦੇ ਇੱਕ ਕਾਨੂੰਨ ਲੈ ਕੇ ਆਈਏ ਪਹਿਲਾਂ, ਕਿਉਂਕਿ ਸਾਡੇ ਇੱਕ ਵਿਵਸਥਾ ਇਦਾਂ ਦੀ ਹੋ ਗਈ ਜਿੰਨੀ ਦੇਰ ਹੁਕਮ ਨੂੰ ਹੁਕਮ ਵਾਂਗ ਲਾਗੂ ਨਹੀਂ ਕੀਤਾ ਜਾਂਦਾ ਉਨੀ ਦੇਰ ਉਹ ਲਾਗੂ ਨਹੀਂ ਹੁੰਦਾ। ਬਿਲਕੁਲ ਬੇਨਤੀਆਂ ਵਾਲਾ ਸਿਸਟਮ ਜਿਹੜਾ ਉਹ ਪਹਿਲਾਂ ਤੋਂ ਚੱਲਦਾ ਰਿਹਾ। ਇੱਕ ਵਾਰੀ ਸੋਧ ਕੀਤੀ, ਕੈਪਟਨ ਸਰਕਾਰ ਨੇ ਸੋਧ ਕੀਤੀ ਕਿ ਹਾਂ ਜੀ ਅਸੀਂ ਪੰਜਾਬੀ ਲਈ ਬਹੁਤ ਕੁਝ ਕਰਤਾ, ਇਲੈਕਸ਼ਨ ਦੇ ਵਿੱਚ ਬੜਾ ਆਰਾਮ ਰੌਲਾ ਪਾਇਆ ਕਿ ਅਸੀਂ ਇੱਦਾਂ ਕੀਤਾ ਜੇ ਉਹ, ਪਰ ਹਕੀਕਤ ਤੌਰ ਤੇ ਤੁਸੀਂ ਵੀ ਦੇਖਿਆ ਕਿੰਨਾ ਕੰਮ ਹੋਇਆ। ਹੁਣ ਵੀ ਮੈਨੂੰ ਇਹ ਲੱਗਦਾ ਹੈ ਵੀ ਜੋ ਇਹ ਹੋਇਆ, ਹਾਲਾਂਕਿ ਥੋੜ੍ਹਾ ਬਹੁਤਾ 19-21 ਦਾ ਫਰਕ ਜ਼ਰੂਰ ਪਿਆ, ਇਹ ਮੈਂ ਇਸ ਨਾਲ ਸਹਿਮਤ ਹੋ ਸਕਦਾ ਕਿ ਕੁਝ ਬੋਰਡ ਜਿਹੜੇ ਨੇ ਉਹ ਪੰਜਾਬੀ 'ਚ ਹੋਏ, ਠੀਕ ਹੈ, ਪਰ ਜੋ ਉਮੀਦ ਕੀਤੀ ਜਾ ਰਹੀ ਸੀ, ਖੁਦ ਜ਼ਿਲ੍ਹੇ ਦੇ ਜਿਹੜੇ ਭਾਸ਼ਾ ਅਫਸਰ ਹੁੰਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਪਤਾ ਸੀ ਕਿ ਕਾਨੂੰਨ ਹੈ ਵੀ ਹੈ ਕਿ ਨਹੀਂ ਹੈ। ਜਦੋਂ ਜਿਹੜੀ ਮੁਹਿੰਮ ਲਿਫਾਫਾ ਸਾਹਿਬ ਤੋਂ ਹੀ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਹਾਂ ਜੀ ਹੁਣ ਸਰਕਾਰ ਪ੍ਰੋਸੈਸ 'ਚ ਪਾ ਰਹੀ ਹੈ, ਕੋਈ ਨਵਾਂ ਕਾਨੂੰਨ ਬਣਾਏਗੀ, ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਲਾਗੂ ਕਰਾਂਗੇ। ਉਹ ਹੱਥ ਬੰਨ੍ਹਦੇ ਜ਼ਰੂਰ ਫਿਰੀ ਗਏ ਬਾਜ਼ਾਰਾਂ ਦੇ ਵਿੱਚ ਕਿ ਪੰਜਾਬੀ 'ਚ ਬੋਰਡ ਲਿਖਵਾ ਲਓ, ਸੁਣੀ ਸਣੀ ਕਿਸੇ ਨੇ ਨਹੀਂ ਜ਼ਿਆਦਾ। ਅਸੀਂ ਦੇਖਿਆ ਵੀ ਹੁਣ ਵੀ ਆਪਾਂ ਦੇਖਦੇ ਹਾਂ ਕਿ ਆਊਟਪੁੱਟ ਕੀ ਹੈ। ਜਦੋਂ ਤੁਸੀਂ ਪਟਿਆਲਾ ਤੋਂ ਚੰਡੀਗੜ੍ਹ ਤੱਕ ਆਉਂਦੇ ਹੋ ਜਾਂ ਬਠਿੰਡਾ ਤੋਂ ਚੰਡੀਗੜ੍ਹ ਤੱਕ ਆਉਂਦੇ ਹੋ ਜਾਂ ਅੰਮ੍ਰਿਤਸਰ ਤੋਂ ਆਪਾਂ ਚੰਡੀਗੜ੍ਹ ਤੱਕ ਆਉਂਦੇ ਹੋ, ਰਸਤੇ 'ਚ ਦੇਖਦੇ ਹਾਂ ਤਾਂ ਅੰਗਰੇਜ਼ੀ ਦੀ ਗਹਿਮਾ ਗਹਿਮੀ ਹੋਈ ਹੁੰਦੀ ਹੈ, ਹੋਰ ਭਾਸ਼ਾਵਾਂ ਦੀ ਹੁੰਦੀ ਹੈ, ਪੰਜਾਬੀ ਕਿਤੇ ਨਾ ਕਿਤੇ ਖੁੱਡੇ ਲਾਏ ਨਹੀਂ ਹੁੰਦੀ ਹੈ। ਤਾਂ ਤੁਸੀਂ ਕੀ ਸੋਚਦੇ ਹੋ ਕਿ ਹਕੀਕਤ 'ਚ ਹੁਣ ਜਿਹੜਾ ਅਗਲਾ ਕਦਮ ਹੋਣਾ ਚਾਹੀਦਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ? ਮੈਂ ਇਹ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਕਿ ਇਹਦੇ ਵਿੱਚ ਸਰਕਾਰ ਦਾ ਰੋਲ ਹੈਗਾ, ਸਰਕਾਰ ਆਪਣਾ ਰੋਲ ਨਿਭਾਵੇ, ਬਟ ਮੈਂ ਨਾਲ ਇਹ ਚਾਹੁੰਦਾ ਕਿ ਪੰਜਾਬੀਆਂ ਨੂੰ ਵੀ ਜਿਹੜੀ ਗੁਲਾਮੀ ਹੈ ਨਾ, ਕਿ ਸਾਨੂੰ ਸਦੀਆਂ ਦੀ ਗੁਲਾਮੀ, ਕਿ ਸਾਡੇ ਅੰਗਰੇਜ਼ੀ ਜਿਹੜੀ ਹੈਗੀ ਆ, ਪਤਾ ਨਹੀਂ ਇਦਾਂ ਦੀ ਲੈਂਗੁਏਜ ਹੈ ਕਿ ਉਹਨੂੰ ਬੋਲ ਕੇ ਤੁਸੀਂ ਵਿਦਵਾਨ ਬਣ ਜਾਓਗੇ, ਉਹਨੂੰ ਬੋਲ ਕੇ ਤੁਹਾਨੂੰ ਰੁਜ਼ਗਾਰ ਮਿਲ ਜੂਗਾ। ਇਹ ਸਾਰੀਆਂ ਗਲਤ ਫਹਿਮੀਆਂ ਜਿਹੜੀਆਂ ਸਾਡੇ ਮਨਾਂ ਦੇ ਵਿੱਚ ਪਾਈਆਂ ਗਈਆਂ ਕਿ ਆਪਣੀ ਮਾਤ ਭਾਸ਼ਾ ਨੂੰ ਭੁੱਲ ਕੇ ਤੁਸੀਂ ਅੰਗਰੇਜ਼ੀ ਨੂੰ ਅਪਣਾ ਲਓ, ਇਹ ਸਾਨੂੰ ਛੱਡ ਦੇਣੀ ਚਾਹੀਦੀ ਹੈ, ਕੱਢਣੀ ਚਾਹੀਦੀ ਹੈ। ਅੰਗਰੇਜ਼ਾਂ ਨੇ ਸਾਨੂੰ ਗੁਲਾਮੀ ਦਿੱਤੀ ਹੈ ਔਰ ਸਾਡੇ ਰੁਜ਼ਗਾਰ ਖੋਹੇ ਨੇ, ਸਾਡੀ ਅਮੀਰੀ ਸਾਡੇ ਤੋਂ ਖੋਹ ਲਈ, ਇਹ ਸਾਨੂੰ ਸਮਝਣਾ ਚਾਹੀਦਾ ਹੈ। ਔਰ ਮੈਂ ਕਹਿਣਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਬੋਲਣ ਦਾ ਜਿਹੜਾ ਹੈਗਾ ਉਹ ਮਾਣ ਹੋਣਾ ਚਾਹੀਦਾ। ਸੋ ਜੇਕਰ ਇਹ ਹੋਏਗਾ, ਜੇਕਰ ਇਹ ਹੌਲੀ ਹੌਲੀ ਇਹਨੂੰ ਅਸੀਂ ਬਦਲਾਂਗੇ ਆਪਣੀ ਗੁਲਾਮ ਮਾਨਸਿਕਤਾ ਨੂੰ, ਤਾਂ ਇਹ ਮੈਨੂੰ ਲੱਗਦਾ ਕਿ ਸਰਕਾਰਾਂ ਦਾ ਜਿਹੜਾ ਰੋਲ ਹੈ ਉਹ ਦੁੱਗਣਾ ਹੋ ਕੇ ਸਾਹਮਣੇ ਆਏਗਾ। ਮਹਿੰਦਰ ਜੀ, ਤੁਸੀਂ ਵੀ ਅਧਿਆਪਕ ਵਰਗ ਨਾਲ ਜੁੜੇ ਹੋਏ ਹੋ, ਹੈ ਨਾ? ਅਧਿਆਪਨ ਦਾ ਇੱਕ ਮੁੱਢਲਾ ਨਿਯਮ ਹੈ ਕਿ ਸਿੱਖਿਆ ਅਗਰ ਮਾਤ ਭਾਸ਼ਾ 'ਚ ਦਿੱਤੀ ਜਾਂਦੀ ਹੈ ਬਹੁਤ ਹੀ ਜ਼ਰੂਰੀ ਹੈ। ਤੇ ਹੁਣ ਤਾਂ ਇਹ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਜਾਪਾਨ ਵਰਗੇ, ਫਰਾਂਸ ਵਰਗੇ ਜਿਹੜੇ ਦੇਸ਼ ਨੇ, ਕਿ ਉਹਨਾਂ ਨੇ ਤਾਂ ਸ਼ੁਰੂ ਤੋਂ ਹੀ ਜ਼ੋਰ ਦਿੱਤਾ ਹੋਇਆ ਹੈ ਕਿ ਜਿਹੜੀ ਤੁਹਾਡੀ ਸਾਇੰਸ ਦੀ ਸਿੱਖਿਆ ਵੀ ਹੈ, ਬਾਕੀ ਸਬਜੈਕਟ ਜੋ ਬਾਕੀ ਵਿਸ਼ਿਆਂ ਦੀ ਹੈ ਉਹਨਾਂ ਦੀ ਤਾਂ ਗੱਲ ਹੀ ਹੋਰ ਹੈ, ਸਾਇੰਸ ਵਰਗੇ ਵਿਸ਼ਿਆਂ ਦੀ ਜਿਹੜੀ ਸਿੱਖਿਆ ਹੈ ਉਹ ਵੀ ਉਹ ਕਹਿੰਦੇ ਨੇ ਤੁਹਾਡੀ ਮਾਤ ਭਾਸ਼ਾ 'ਚ ਹੋਵੇ ਤਾਂ ਤੁਸੀਂ ਜ਼ਿਆਦਾ ਵਧੀਆ ਜਿਹੜਾ ਉਹ ਵਿਗਿਆਨੀ ਪੈਦਾ ਕਰ ਸਕਦੇ ਹੋ, ਜ਼ਿਆਦਾ ਸਮਝ ਵਾਲੇ ਲੋਕ ਪੈਦਾ ਕਰ ਸਕਦੇ ਹੋ। ਫਿਰ ਅਸੀਂ ਅੰਗਰੇਜ਼ੀ ਮਗਰ ਕਿਉਂ ਭੱਜ ਰਹੇ ਹਾਂ? ਮਤਲਬ ਕਿਤੇ ਨਾ ਕਿਤੇ ਉਹੀ ਆਈਲੈਟਸ ਆ ਗਿਆ। ਬਿਲਕੁਲ, ਇਹਦੇ ਵਿੱਚ ਉਹੀ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਸਾਨੂੰ ਅੱਜ ਥੋਪਿਆ ਜਾ ਰਿਹਾ ਸਾਡੇ ਤੇ ਸਿਸਟਮ, ਜਿਵੇਂ ਤੁਸੀਂ ਆਈਲੈਟਸ ਦੀ ਵੀ ਗੱਲ ਕੀਤੀ ਹੈ ਔਰ ਜਾਂ ਹੋਰ ਬਹੁਤ ਸਾਰੇ ਇਦਾਂ ਦੇ ਟੈਸਟ ਨੇ ਜਿਹੜੇ ਕਿ ਸਾਨੂੰ ਆਪਣੀ ਮਾਤ ਭਾਸ਼ਾ ਨਾਲੋਂ ਤੋੜ ਰਹੇ ਨੇ। ਸੋ ਇਹਦੇ ਬਹੁਤ ਸਾਰੇ ਕਾਰਨ ਨੇ। ਜੇ ਆਪਾਂ ਕਹੀਏ ਵੀ ਅੱਜ ਪੰਜਾਬੀ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਕਿਉਂ ਦੂਜੀਆਂ ਭਾਸ਼ਾਵਾਂ ਵੱਲ ਜਾ ਰਿਹਾ, ਤਾਂ ਇਹਦੇ ਜਦੋਂ ਅਸੀਂ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਸਰਕਾਰ ਤਾਂ ਇਹਦੇ 'ਚ ਕਟਹਿਰੇ 'ਚ ਖੜੀ ਹੁੰਦੀ ਹੈ, ਪਿਛਲੀਆਂ ਸਰਕਾਰਾਂ, ਪਰ ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਅਸੀਂ ਆਪਣੇ ਤੌਰ ਤੇ ਵੀ, ਜੇ ਉਹਦੇ ਵਿੱਚ ਇਕਨੋਮੀ ਵੀ ਜਿਹੜੀ ਆਰਥਿਕਤਾ ਵੀ ਹੈ ਉਹਦੇ ਵਿੱਚ, ਮੈਂ ਇਹਦੇ 'ਚ ਤੁਹਾਨੂੰ 1 ਮਿੰਟ ਲਈ ਰੋਕਣਾ ਚਾਹੂੰਗਾ। ਮੈਂ ਇਹਦੇ 'ਚ ਵੱਡੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਨੂੰ ਵੀ ਜ਼ਿੰਮੇਵਾਰ ਮੰਨਦਾ। ਬਿਲਕੁਲ, ਕਿਉਂਕਿ 10ਵੀਂ ਤੋਂ ਬਾਅਦ, 10ਵੀਂ ਜਾਂ 12ਵੀਂ ਤੋਂ ਬਾਅਦ ਜਦੋਂ ਸਾਡੇ ਨੌਜਵਾਨ ਕਾਲਜਾਂ ਦੇ ਵਿੱਚ ਜਾਂਦੇ ਨੇ, ਯੂਨੀਵਰਸਿਟੀ ਦੇ ਵਿੱਚ ਜਾਂਦੇ ਨੇ, ਕਿਉਂਕਿ ਉਸ ਵੇਲੇ ਜਿਹੜਾ ਸਾਨੂੰ ਵਿਸ਼ਾ ਵਸਤੂ ਚਾਹੀਦਾ ਹੈ, ਜੋ ਕੰਟੈਂਟ ਚਾਹੀਦਾ ਹੈ, ਉਹ ਪੰਜਾਬੀ ਦੇ ਵਿੱਚ ਮਿਲਦਾ ਹੀ ਹੈ ਨਹੀਂ। ਬਿਲਕੁਲ, ਇਹਦੇ ਲਈ ਮੈਂ ਇੱਕ ਬੱਚਾ ਅੰਗਰੇਜ਼ੀ ਦੇ ਵਿੱਚ ਪੜ੍ਹੂਗਾ, ਫਿਰ ਉਹਨੂੰ ਪੰਜਾਬੀ ਦੇ ਵਿੱਚ ਲਿਖੂਗਾ, ਉਹ ਪੰਜਾਬੀ ਮਾਧਿਅਮ ਉੱਥੇ ਜਾ ਕੇ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਬਣ ਜਾਂਦੀ ਹੈ। ਯਾਨੀ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀ ਹੋ। ਇੱਥੇ ਹੁਣ ਮੈਂ ਬਤੌਰ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀ ਹੀ ਮੇਰਾ ਸਵਾਲ ਹੈ ਕਿ ਪੰਜਾਬੀ ਯੂਨੀਵਰਸਿਟੀ ਇਹੋ ਜਿਹੇ ਯਤਨ ਕਿਉਂ ਨਹੀਂ ਕਰਦੀ ਕਿ ਵੱਧ ਤੋਂ ਵੱਧ, ਬਲਕਿ ਆਪਦੇ ਦਾਇਰੇ ਤੋਂ ਬਾਹਰ ਜਾ ਕੇ ਵੀ, ਉਹਦੇ ਕੋਲ ਤਾਂ ਪੰਜਾਬੀ ਲਈ ਇੰਨਾ ਇੱਕ ਵੱਡਾ ਖੇਤਰ ਹੈ
ਕੰਮ ਕਰਨ ਵਾਸਤੇ ਕਿ ਉਹਨਾਂ ਤੇ ਉਸ ਚੀਜ਼ਾਂ ਤੇ ਕੰਮ ਕਿਉਂ ਨਹੀਂ ਹੁੰਦਾ। ਪਬਲੀਕੇਸ਼ਨ ਬਿਊਰੋ ਇੱਕ ਕੁਝ ਕਿਤਾਬਾਂ ਛਾਪਦੀ ਹੈ, ਠੀਕ ਹੈ, ਤੇ ਉਹਨਾਂ ਨੂੰ ਪ੍ਰਚਾਰਿਤ ਕਰਦੀ ਹੈ। ਜ਼ਰੂਰੀ ਨਹੀਂ ਕਿ ਉਹ ਇਸ ਤਰ੍ਹਾਂ ਦਾ ਜਿਹੜਾ ਠੋਸ ਜੋ ਨੋਟਸ ਬੱਚੇ ਅੰਗਰੇਜ਼ੀ 'ਚ ਲੱਭਦੇ ਫਿਰਦੇ ਨੇ ਉਹਨਾਂ ਨੂੰ ਪੰਜਾਬੀ 'ਚ ਪਹਿਲਾਂ ਅਵੇਲੇਬਲ ਕਰਾਵੇ, ਪਹਿਲਾਂ ਮੁਹੱਈਆ ਕਰਾਵੇ। ਬਿਲਕੁਲ ਦੇਖੋ, ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਭਾਸ਼ਾ ਵਿਭਾਗ ਪੰਜਾਬ ਹੈ, ਟੈਕਸਟ ਬੁੱਕ ਬੋਰਡ ਹੈ, ਜਾਂ ਹੋਰ ਇਦਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਬਣਦੀਆਂ ਨੇ, ਪਰ ਦਿੱਕਤ ਕੀ ਆਈ ਹੈ ਪਿਛਲੇ ਦਿਨਾਂ ਦੇ ਵਿੱਚ, ਜਿਹੜੀ ਆਪਾਂ ਕਹਿੰਦੇ ਹਾਂ ਸਮੱਸਿਆ ਕੀ ਹੈ, ਉਹ ਤੁਸੀਂ ਪੰਜਾਬੀ ਯੂਨੀਵਰਸਿਟੀ ਦਾ ਹਾਲ ਦੇਖ ਲਿਆ ਹੋਵੇਗਾ ਕਿ ਅੱਜ 2-2 3-3 ਮਹੀਨੇ ਜਿਹੜੀ ਹੈਗੀ ਆ ਤਨਖਾਹਾਂ ਨਹੀਂ ਮਿਲਦੀਆਂ ਟੀਚਰ ਸਾਹਿਬਾਨ ਨੂੰ। ਔਰ ਇਸੇ ਤਰ੍ਹਾਂ ਭਾਸ਼ਾ ਵਿਭਾਗ ਜਿਹੜੀ ਹੈਗੀ ਅੱਜ ਬਹੁਤ ਸਾਰੀਆਂ ਜਿਹੜੀਆਂ ਉੱਥੇ ਜੌਬਸ ਸੀਗੀਆਂ, ਜਿਹੜੀਆਂ ਨੌਕਰੀਆਂ ਸੀਗੀਆਂ, ਉਹ ਉੱਥੇ ਖਾਲੀ ਹੋ ਚੁੱਕੀਆਂ ਨੇ। ਸੋ ਇਸ ਕਰਕੇ ਭਾਸ਼ਾ ਵਿਭਾਗ ਜਾਂ ਹੋਰ ਇਦਾਂ ਦੇ ਜਿਹੜੇ ਅਦਾਰੇ ਨੇ ਜਿੱਥੋਂ ਤੁਹਾਨੂੰ ਲੱਗਦਾ ਹੈ ਇਹਦੇ 'ਚ ਹੁਣ ਤੁਸੀਂ ਇਹਨੂੰ ਡਿਵੈਲਪ ਕਰਨ ਦੀ ਲੋੜ ਹੈ। ਤੇ ਇਹਦੇ 'ਚ ਡਿਵੈਲਪ ਕਿਹਨੇ ਕਰਨਾ ਹੈ? ਤੁਸੀਂ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਵਜੋਂ ਇੱਥੇ ਸਾਡੇ ਵਿੱਚੋਂ, ਤਾਂ ਸਰਕਾਰਾਂ ਨੂੰ ਇਹ ਕਰਨਾ ਚਾਹੀਦਾ, ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ। ਸਰਕਾਰਾਂ ਹੀ ਕਰਨਗੀਆਂ। ਇੱਕ ਪਾਸੇ ਆਮ ਆਦਮੀ ਪਾਰਟੀ ਤਾਂ ਇਹ ਮੁੱਖ ਮੁੱਦਾ ਲੈ ਕੇ ਇਲੈਕਸ਼ਨ 'ਚ ਆਈ ਸੀ, ਚੋਣ ਦੇ ਵਿੱਚ ਆਈ ਸੀ ਕਿ ਸਿੱਖਿਆ ਤੇ ਸਿਹਤ ਇਹ ਸਾਡੇ ਮੁੱਖ ਮੁੱਦੇ ਹੋਣਗੇ। ਤੇ ਸਿੱਖਿਆ ਦਾ ਇਸ ਤੋਂ ਆਧਾਰਿਕ ਮੁੱਦਾ ਹੋਰ ਕਿਹੜਾ ਹੋ ਸਕਦਾ ਹੈ ਨਾ, ਜਿਹੜਾ ਸਿੱਧਾ ਸਾਡੀ ਮਾਤ ਭਾਸ਼ਾ ਨਾਲ ਜੁੜਿਆ ਹੋਵੇ, ਸਿੱਧਾ ਸਾਡੀ ਜਿਹੜੀ ਹੈ ਉਹ ਨਵੀਂ ਪੀੜ੍ਹੀ ਨਾਲ ਜੁੜਿਆ ਹੋਵੇ। ਜਿਹੜੀ ਡਰੇਨ ਹੋ ਕੇ ਕੈਨੇਡਾ ਜਾ ਰਹੀ ਹੈ, ਜੇ ਉਹਨੂੰ ਰੋਕਣਾ ਹੈ ਤਾਂ ਸਾਨੂੰ ਪੰਜਾਬੀ ਨਾਲ ਜੁੜਨਾ ਪਏਗਾ। ਅੱਜ ਪੰਜਾਬ ਦੇ ਵਿੱਚ ਜੇ ਆਪਾਂ ਕਹਿ ਲਈਏ ਪ੍ਰਵਾਸੀ ਮਜ਼ਦੂਰ ਹਾਲਾਂਕਿ ਵਿਕਾਸ ਦੇ ਵਿੱਚ ਇੱਕ ਆਪਦਾ ਯੋਗਦਾਨ ਪਾ ਰਹੇ ਨੇ, ਪਰ ਸਾਡੇ ਜਿਹੜੀ ਪੰਜਾਬੀ ਜਨਰੇਸ਼ਨ ਹੈ, ਜਿਹੜੀ ਪੰਜਾਬੀ ਪੀੜ੍ਹੀ ਹੈ, ਜਾਂ ਕਹਿ ਲਈਏ ਬੁੱਧੀਜੀਵੀ ਹੋਣ ਵੱਲ ਵੱਧਦੀ ਪੰਜਾਬੀ ਪੀੜ੍ਹੀ ਹੈ, ਉਹ ਤਾਂ ਸਿਰਫ +2 ਕਰਕੇ ਬਾਹਰ ਜਾ ਰਹੀ ਹੈ। IAS IPS ਵਾਲੇ ਐਗਜ਼ਾਮ ਤਾਂ ਜਿਹੜੇ ਨੇ ਉਹ ਸਾਡੇ ਵੱਸ ਤੋਂ ਬਾਹਰ ਹੁੰਦੇ ਜਾ ਰਹੇ ਨੇ। ਤਾਂ ਫਿਰ ਸਰਕਾਰ ਨੂੰ ਪਹਿਲਾਂ ਇੱਧਰ ਮੁੜਨਾ ਚਾਹੀਦਾ ਹੈ ਜਾਂ ਹੋਰ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ? ਬਿਲਕੁਲ ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ ਹੋਰ ਵੀ ਕੰਮ ਉਹ ਵੀ ਇੰਪੋਰਟੈਂਟ ਨੇ, ਉਹ ਵੀ ਬਹੁਤ ਮਹੱਤਵਪੂਰਨ ਨੇ, ਪਰ ਆਪਣੀ ਮਾਤ ਭਾਸ਼ਾ ਨੂੰ ਲਾਗੂ ਕਰਨਾ ਔਰ ਇੱਥੇ ਪ੍ਰਚਾਰ ਪ੍ਰਸਾਰ ਕਰਨਾ, ਉਹਨੂੰ ਪ੍ਰਫੁੱਲਤ ਕਰਨਾ, ਉਹ ਵੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ। ਤਾਂ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਬਜਟ ਸੈਸ਼ਨ ਦੇ ਵਿੱਚ ਕੁਝ ਐਸਾ ਪੰਜਾਬੀ ਵਾਸਤੇ ਲੈ ਕੇ ਆਵੇ, ਪੰਜਾਬੀ ਭਾਸ਼ਾ ਵਾਸਤੇ ਲੈ ਕੇ ਆਵੇ, ਤਾਂ ਕਿ ਜਿਹੜੀ ਪੰਜਾਬੀ ਭਾਸ਼ਾ ਤੇ ਉਮੀਦਾਂ ਲਗਾਈਆਂ ਨੇ, ਜਾਂ ਹੁਣ ਸਰਕਾਰ ਤੇ ਇਸ ਭਾਸ਼ਾ ਨੂੰ ਲੈ ਕੇ ਉਮੀਦਾਂ ਲਗਾਈਆਂ ਨੇ, ਉਸ ਤੇ ਸਰਕਾਰ ਖਰੀ ਉਤਰ ਸਕੇ। ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਲਈ ਡਾਕਟਰ ਭੀਮਿੰਦਰ ਸਿੰਘ ਜੀ ਦਾ ਧੰਨਵਾਦ ਤੁਹਾਡਾ, ਤੇ ਨਾਲ ਹੀ ਵਕੀਲ ਅਜੇ ਸ਼ਰਮਾ ਜੀ ਦਾ ਧੰਨਵਾਦ। ਤੇ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਅਸੀਂ ਉਸਾਰੂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਇਸੇ ਤਰ੍ਹਾਂ ਬਣੇ ਰਹਾਂਗੇ।